ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਸਵਾਲ ਤੁਹਾਡੇ ਉਹੀ ਹੁੰਦੇ ਨੇ ਭਾਵੇਂ ਰੋਜ਼, ਪਰ ਜਵਾਬ ਜ਼ਰੂਰ ਬਦਲ ਜਾਂਦਾ। ਜਵਾਬ ਇਸ ਕਰਕੇ ਬਦਲ ਜਾਂਦਾ ਕਿ ਹਰ ਦੂਜੇ ਤੀਜੇ ਦਿਨ ਕੈਨੇਡਾ ਦੀ ਜਿਹੜੀ ਅਪਡੇਟ ਹੈ ਉਹ ਨਵੀਂ ਆਈ ਹੁੰਦੀ ਹੈ। 5 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਰਿਫਿਊਜ਼ਲਾਂ ਦੀ ਝੜੀ ਸੀ। ਉਸ ਤੋਂ ਪਹਿਲਾਂ 5 ਦਿਨ ਗੱਲ ਕਰੀਏ ਤਾਂ ਕੁਝ ਵੀਜ਼ਾ ਆਏ। ਉਸ ਤੋਂ ਪਹਿਲਾਂ 5 ਦਿਨ ਕਰੀਏ ਫਿਰ ਰਿਫਿਊਜ਼ਲਾਂ ਸੀ। ਅੱਜ ਨਵਨੀਤ ਜੀ ਆਏ ਜਦੋਂ ਇਹ ਵੀ ਗੱਲ ਕਰ ਰਹੇ ਸੀ ਕਿ ਅੱਜ PPR ਕਾਫੀ ਵੱਡੇ ਪੱਧਰ ਤੇ ਆਈਆਂ। ਨੋ ਡਾਊਟ ਇਹ ਨਹੀਂ ਹੈ ਕਿ ਰਿਫਿਊਜ਼ਲ ਨਹੀਂ ਹੈ ਮਾਰਕੀਟ ਦੇ ਵਿੱਚ, ਰਿਫਿਊਜ਼ਲ ਵੀ ਹੈ, ਪਰ ਇੱਕ ਇੰਡੀਕੇਸ਼ਨ ਆ ਗਿਆ ਕਿ ਕੈਨੇਡਾ ਨੇ ਬੰਦ ਨਹੀਂ ਕਰਨਾ। ਵੀਜ਼ਾ ਉਸੇ ਸਪੀਡ ਦੇ ਨਾਲ ਮਿਲੇਗਾ, ਚੰਗੀ ਪ੍ਰੋਫਾਈਲ ਨੂੰ ਮਿਲੇਗਾ। ਫਿਲਹਾਲ ਜ਼ਿਆਦਾ ਰਸ਼ ਹੋਣ ਕਰਕੇ ਬਹੁਤ ਸਾਰੇ ਐਸੇ ਸਟੂਡੈਂਟ ਰਗੜੇ ਗਏ। ਮੈਂ ਰਗੜਾ ਵਰਡ ਯੂਜ਼ ਕਰ ਰਿਹਾ। ਵਿਚਾਰੇ ਜਿਹੜੇ 80% 7.5 ਬੈਂਡ ਵਾਲੇ ਸੀ, ਕੱਲ੍ਹ ਇੱਕ 52% 3 'ਚ 6 1 'ਚ 5.5 ਵਾਲੇ ਵੀਜ਼ੇ ਦਾ ਵੀਜ਼ਾ ਆਇਆ। ਸਾਨੂੰ ਸਪੈਸ਼ਲ ਕੋਈ ਦਿਖਾ ਕੇ ਗਿਆ ਇੱਥੇ। ਸੋ ਕਹਿਣ ਤੋਂ ਭਾਵ ਹੈ ਕਿ ਘਬਰਾਉਣ ਦੀ ਲੋੜ ਨਹੀਂ। ਜੇ ਚੰਗੀ ਪ੍ਰੋਫਾਈਲ ਰਿਫਿਊਜ਼ ਹੋ ਗਈ ਹੈ ਤਾਂ ਇਹ ਆਪਣੇ ਕੰਸਲਟੈਂਟਸ ਨੂੰ ਗਾਲਾਂ ਨਹੀਂ ਕੱਢਣ ਲੱਗ ਜਾਣਾ ਜਾਂ ਆਪਣੇ ਆਪ 'ਤੇ ਗਿਲਟੀ ਫੀਲ ਨਹੀਂ ਕਰਨੀ ਕਿ ਮੇਰਾ ਵੀਜ਼ਾ ਨਹੀਂ ਆਇਆ, ਰੀਅਪਲਾਈ ਕਰਨਾ। ਪਰ ਰੀਅਪਲਾਈ ਦੇ ਕੁਛ ਅਸੂਲ ਹੋਣਗੇ, ਉਹ ਅਸੂਲਾਂ ਦੀ ਗੱਲ ਅਸੀਂ ਅੱਜ ਕਰਾਂਗੇ ਜਿਨ੍ਹਾਂ ਦਾ ਰਿਫਿਊਜ਼ ਹੋਇਆ। ਦੂਸਰਾ, ਫਰੈਸ਼ ਕੇਸ ਨੇ ਜਿਹੜੇ ਉਹ ਕਿਵੇਂ ਬਚਣਗੇ ਆਪਣੀ ਰਿਫਿਊਜ਼ਲ ਤੋਂ। ਤੀਸਰਾ, USA ਹਰ ਪਾਸੇ ਹੋਣੀ ਸ਼ੁਰੂ ਹੋ ਗਈ ਹੈ ਕਿ USA ਇੰਨਾ ਆਸਾਨ ਹੈ ਜਾਣਾ। ਜੇ ਜਾਣਾ ਆਸਾਨ ਹੈ ਕਿ ਸੈਟਲ ਹੋਣਾ ਆਸਾਨ ਹੈ। ਥਰਡ, ਉੱਥੋਂ ਦੀਆਂ ਯੂਨੀਵਰਸਿਟੀਆਂ ਨੂੰ ਪੋਟਿਆਂ ਦੇ ਗਿਣਨਾ, ਬਹੁਤ ਚੰਗੀਆਂ ਯੂਨੀਵਰਸਿਟੀ ਨੂੰ ਪੋਟਿਆਂ ਦੇ ਗਿਣਨਾ, ਜਾਂ ਫਿਰ $2-3 ਹਜ਼ਾਰ US ਡਾਲਰ ਵਾਲੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਬੱਚੇ ਐਡਮਿਸ਼ਨਾਂ ਲੈ ਕੇ I-20 ਲੈ ਕੇ ਪੜ੍ਹਦੇ ਨੇ ਜਾਂ ਜਾਂਦੇ ਨੇ ਕਿ ਉਹਨਾਂ ਨੂੰ ਵੀਜ਼ਾ ਦੇ ਚਾਂਸ ਉਨੇ ਹੀ ਨੇ ਜਿੰਨੇ ਕਿ 50,000 ਵਾਲੀ ਯੂਨੀਵਰਸਿਟੀ ਦੇ ਨੇ। ਤੀਸਰਾ ਹੈਗਾ UK ਦੀ ਅਪਡੇਟ ਵਿਸ਼ੇਸ਼ ਤੌਰ ਦੇ ਉੱਪਰ। UK ਨੇ ਪਿੱਛੇ ਜੇ ਜਦੋਂ ਵਰਕ ਪਰਮਿਟ ਖੋਲ੍ਹਿਆ ਤਾਂ ਬਹੁਤ ਐਡ ਆਈ ਪੰਜਾਬ ਦੇ ਵਿੱਚ, ਫਿਰ ਉਹ ਸ਼ਾਂਤ ਬੈਠ ਕੇ ਬਹੁਤ ਸਾਰੇ ਲੋਕ। ਫਿਰ ਜਿਹੜਾ ਸਟੱਡੀ ਵੀਜ਼ਾ ਉੱਠਿਆ। ਕੱਲ੍ਹ ਇੱਕ ਨਵੀਂ ਜਿਹੜੀ ਖਬਰ ਆਈ, ਰਿਪੋਰਟ ਕੱਲ੍ਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਕੰਸਲਟੈਂਟਸ ਨੇ ਜਿਹੜੇ ਕਿ +2 ਤੋਂ ਬਾਅਦ ਸਪੌਸ ਕੇਸ ਲਾ ਰਹੇ ਨੇ ਔਰ ਰਿਫਿਊਜ਼ਲਾਂ ਆ ਰਹੀਆਂ ਨੇ। ਉੱਧਰੋਂ ਲਿਖ ਕੇ ਵੀ ਆ ਰਿਹਾ ਕਿ ਸਾਡੇ ਕੋਲ ਤਾਂ ਇੱਕ ਕੈਟਾਗਰੀ ਕੋਈ ਨਹੀਂ ਹੈਗੀ। ਸੋ ਇਹਦੇ ਬਾਰੇ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਸਪੌਸ ਜਾਣਾ ਹੈ ਤਾਂ ਕੈਨੇਡਾ, US, UK ਦੇ ਵਿੱਚ ਕੀ ਆਪਸ਼ਨਸ ਹੈਗੇ। ਨਵਨੀਤ ਜੀ ਮੇਰੇ ਨਾਲ ਨੇ, ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਧੰਨਵਾਦ ਤਕਨੀਕੀ ਟੀਮ ਦਾ, ਤੇ ਸਭ ਤੋਂ ਵੱਧ ਧੰਨਵਾਦ ਤੁਹਾਡਾ ਨਾਲ ਜੁੜਨ ਲਈ, ਸਵਾਲ ਕਰਨ ਨੂੰ ਇਸ ਕਾਬਲ ਸਮਝੋ। ਭਾਜੀ PPR ਝੜੀ ਜਿੱਥੇ ਆਪਾਂ ਨਮੋਸ਼ੀ 'ਚ ਤੁਰੇ ਫਿਰਦੇ ਸੀਗੇ, ਬਟ PPR ਦੀ ਝੜੀ ਆਈ ਹੈ। ਮੇਰੇ ਕੋਲੇ ਅੱਜ ਮੈਂ ਨੰਬਰ ਨਹੀਂ ਬੋਲ ਸਕਦਾ, ਬਹੁਤ ਵੱਡੀ ਗਿਣਤੀ 'ਚ PPR ਆਈ ਹੈ। ਮਤਲਬ ਜੇ ਮੇਰੇ ਚਿਹਰੇ ਦੀ ਖੁਸ਼ੀ ਕੁਝ ਦੱਸਦੀ ਹੈ ਤਾਂ ਇਹ ਦੱਸ ਸਕਦੀ ਹੈ ਕਿ ਸ਼ਾਇਦ ਬੁੱਲੇ ਪਾਣ ਨੂੰ ਦਿਲ ਕਰਦਾ ਔਰ ਨੱਚਣ ਨੂੰ ਦਿਲ ਕਰਦਾ। ਬਟ ਇਹ ਨਹੀਂ ਹੈ ਕਿ ਰਿਫਿਊਜ਼ਲ ਰੁਕ ਗਈਆਂ, ਰਿਫਿਊਜ਼ਲ ਬੰਦ ਹੋ ਜਾਣਗੀਆਂ ਜਾਂ ਨਹੀਂ ਆਉਣਗੀਆਂ। ਇਸ਼ਾਰਾ ਕੀ ਹੈ ਭਾਜੀ? ਸਭ ਤੋਂ ਵੱਡਾ ਜਿਹੜਾ ਅੱਜ ਇਸ਼ਾਰਾ ਮੈਨੂੰ ਸਮਝ ਆਇਆ ਹੈ, ਆਫਟਰ PPR ਇਜ਼ ਰੀਲੌਜਮੈਂਟ। ਕਿ ਰੀਲੌਜਮੈਂਟ ਜਿਹਦੀ ਆਪਾਂ ਗੱਲ ਕਰਦੇ ਸੀ ਕਿ ਕਰੀਏ, ਉਹਦੇ ਵੱਲ ਇਸ਼ਾਰਾ ਹੋਇਆ। ਜਿਹੜੀ ਸਾਡੀ ਅਟਕਲਾਂ ਸੀਗੀਆਂ ਕਿ ਇੱਕ ਪਾਈਪਲਾਈਨ ਕਲੀਅਰ ਹੋਈ ਹੈ ਜਾਂ ਇੱਕ ਕੋਈ ਇਨਸਟੈਂਟ ਡਿਸੀਜਨ ਲਿੱਤਾ ਗਿਆ, ਉਹੀ ਸੱਚ ਲੱਗ ਰਿਹਾ ਫਿਲਹਾਲ। PPR ਆਈ ਹੈ ਰਾਈਟ, ਬਟ PPR ਨੌਨ SDS ਵੀ ਆਈ ਹੈ ਰਾਈਟ। ਸੋ ਕੱਲੀਆਂ SDS ਨਹੀਂ ਆਈਆਂ, ਨੌਨ SDS ਆਈ ਹੈ। ਅੱਜ ਫੋਰਚੂਨੇਟਲੀ ਕੋਈ ਡਿਕਲਾਈਨ ਮੇਰੇ ਕੋਲੇ ਨਹੀਂ ਹੈ, ਪਰ ਮੇਰੇ ਕੋਲੇ ਨਾ ਹੁੰਦਾ ਮਤਲਬ ਨਹੀਂ ਕਿ ਬਾਜ਼ਾਰ 'ਚ ਡਿਕਲਾਈਨ ਨਹੀਂ ਰਾਈਟ। ਸੋ ਦਰਵਾਜ਼ੇ ਖੁੱਲਦੇ ਦਿਖਦੇ ਆ, ਸਿਸਟਮ ਬੰਦਾ ਦਿਖਦਾ ਫਿਲਹਾਲ ਦੀ ਘੜੀ। ਹੁਣ ਕੱਲ ਸਵੇਰੇ ਕੀ ਬੀਤਣਾ, ਅਗਲੇ ਲਾਈਵ ਦੇ ਵਿੱਚ ਸਾਨੂੰ ਕੀ ਕਹਿਣਾ ਪੈਣਾ। ਪਿਛਲੇ ਲਾਈਵ ਕੱਲ ਰਾਤ ਤੱਕ ਤਾਂ ਲਾਈਵ 'ਚ ਮੈਂ ਕਹਿ ਰਿਹਾ ਸੀ ਕਿ ਵੀਜ਼ੇ ਨਹੀਂ ਆ ਰਹੇ, ਅੱਜ ਸਵੇਰੇ PPR ਆ ਗਈਆਂ, ਅੱਜ ਕਹਿ ਰਹੇ ਹਾਂ। ਬਾਕੀ ਕੰਸਲਟੈਂਟਸ ਨਾਲ ਵੀ ਮੇਰੀ ਗੱਲ ਹੋਈ ਹੈ। ਜੇ ਮੈਂ ਆਪਣੇ ਵਾਕਫੀ 'ਚ ਗੱਲ ਕਰਾਂ 2-4 ਕੰਸਲਟੈਂਟ ਦੀ, ਤਕਰੀਬਨ 150 ਤੋਂ ਉੱਪਰ PPR ਮੈਂ ਗਿਣ ਚੁੱਕਾ। ਜਿਹੜੇ ਸਾਡੇ ਨੋਨ ਸਰਕਲ ਦੇ ਵਿੱਚ 2-3 ਬੰਦਿਆਂ 'ਚ ਆਪਸ 'ਚ 150 ਤੋਂ ਪਲੱਸ PPR ਅਸੀਂ ਅੱਜ ਗਿਣ ਚੁੱਕੇ। ਅੱਛਾ, ਜਿਹੜੇ ਅੱਜ ਤੁਸੀਂ ਟੌਪਿਕ ਵੀ ਪਾਇਆ ਹੈ ਕਿ ਜਿਹੜੇ PPR ਦੇ ਨਵੇਂ ਸੰਕੇਤ ਨੇ ਜੀ, ਉਹ ਕਿੱਧਰ ਜਾਣਗੇ ਔਰ ਵਿਸ਼ੇਸ਼ ਤੌਰ ਦੇ ਉੱਪਰ ਉਹ ਦਿਨ ਦੁਬਾਰਾ ਦੇਖਣ ਨੂੰ ਮਿਲਣਗੇ ਜਦੋਂ ਵਿਦਿਆਰਥੀ 6 ਮਹੀਨੇ ਦੇ ਵਿੱਚ ਆਪਣੀ ਪੂਰੀ ਤਿਆਰੀ ਕਰਕੇ ਫਲਾਈਟ ਫੜ ਕੇ ਚੜ੍ਹ ਜਾਂਦਾ ਸੀ। ਇਹ ਕੋਈ ਤੁਸੀਂ ਵੀ ਕੋਈ ਉਸ ਕਿਸਮ ਦੇ ਤਾਂਤਰਿਕ ਜਾਂ ਮੈਂ ਵੀ ਕੋਈ ਤਾਂਤਰਿਕ ਬਾਬਾ ਨਹੀਂ ਜਿਹੜਾ ਕਿ ਇਸ ਚੀਜ਼ ਬਾਰੇ ਝੂਠਾ ਜਾਂ ਸੱਚਾ ਕਥਿਤ ਬਿਆਨ ਦੇ ਦਈਏ, ਪਰ ਫਿਰ ਵੀ ਤੁਹਾਡੀ ਜਿਹੜੀ ਗੱਲਬਾਤ ਹੁੰਦੀ ਰਹਿੰਦੀ ਹੈ। ਕੈਨੇਡਾ ਦੇ ਵਿੱਚ ਓਪਨ ਹੋਇਆ, ਥੋੜ੍ਹਾ ਜਿਹਾ ਲੋਕਡਾਊਨ ਫਿਰ ਲੱਗਿਆ, ਆਸਟ੍ਰੇਲੀਆ ਦੇ ਵਿੱਚ ਲੱਗ ਗਿਆ, ਐਡੀਲੇਡ 'ਚ ਕੱਲ੍ਹ ਫਿਰ ਲੋਕਡਾਊਨ ਦੇ ਇਸ਼ਾਰੇ ਆ ਗਏ। ਮੇਰਾ ਸਵਾਲ ਇਹ ਹੈ ਕਿ ਥਰਡ ਵੇਵ ਆਉਂਦੀ ਹੈ ਤਾਂ ਭਾਰਤ ਉਹਦੇ ਵਿੱਚ ਕਿੰਨਾ ਪ੍ਰਭਾਵਿਤ ਹੋਏਗਾ? ਭਾਜੀ PPR 'ਚ ਫਲਾਈਟ ਦਾ ਕੋਈ ਲੈਣਾ ਦੇਣਾ। ਪਹਿਲੀ ਚੀਜ਼, ਜੇ ਆਪਾਂ PPR ਨੂੰ ਸੰਕੇਤ ਮੰਨ ਰਹੇ ਹਾਂ ਕਿ 21 ਤਰੀਕ ਨੂੰ ਸਾਰੀਆਂ ਫਲਾਈਟਾਂ ਚੱਲ ਪੈਣੀਆਂ, ਸਾਰੇ ਜਹਾਜ਼ ਤੁਰ ਪੈਣੇ ਆ, ਉਹਦੇ ਉੱਪਰ ਜਿਹੜੀ ਭਾਜੀ ਨੇ ਕਿਹਾ ਵੀ ਨਾ ਆਪਾਂ ਕੋਈ ਸਾਨੂੰ ਜਾਦੂ ਆਉਂਦਾ, ਨਾ ਆਪਾਂ ਤਾਂਤਰਿਕ ਵਿਦਿਆ ਵਾਲੇ ਆ ਵੀ ਜਿਹਨੂੰ ਸਾਰਾ ਪਤਾ ਵੀ ਹੋਣਾ ਕੀ, ਸਾਰਾ ਸਾਨੂੰ ਕੁਝ ਨਹੀਂ ਪਤਾ ਵੀ ਕੀ ਹੋਣਾ ਕੀ ਨਹੀਂ ਹੋਣਾ। ਇਹ ਸਾਰਾ ਸੱਚ ਕਿਸੇ ਇਨਸਾਨ ਨੂੰ ਨਹੀਂ ਪਤਾ। ਸਵਾਲ ਇਹ ਹੈ ਸੰਕੇਤ ਕੀ ਹੈ ਭਾਜੀ ਕਿ ਓਕੇ ਲੈਟ ਦਾ ਪ੍ਰੋਸੈਸ ਗੋ ਔਨ। ਉਹਨਾਂ ਨੇ ਇੱਕ ਚੀਜ਼ ਅੰਡਰਸਟੈਂਡ ਕਰ ਲਈ ਕਿ ਇੰਡੀਆ ਆਪਰੇਟ ਕਰ ਰਿਹਾ ਆਪਣੇ ਆਪ ਦੇ ਵਿੱਚ, ਚਲੋ 2 ਕੰਟਰੀਆਂ ਦੇ ਬਾਰਡਰ ਬੰਦ ਹੈ ਰਾਈਟ। ਬਟ ਜੇ ਉਹਨਾਂ ਮੀਨਵਾਈਲ ਜੋ ਮੈਨੂੰ ਲੱਗ ਰਿਹਾ ਉਹਨਾਂ ਨੇ ਕਿਹਾ ਵੀ ਓਕੇ ਅਸੀਂ ਪ੍ਰੋਸੈਸ ਨੂੰ ਐਕਸਪੀਰੇਟ ਕਰਦੇ ਹਾਂ। ਪਾਸਪੋਰਟ ਰਿਕੁਐਸਟ ਮੇਰੇ ਕੋਲ ਬਹੁਤ ਵੱਡੇ ਲੈਵਲ ਤੇ ਕੱਲ ਆਈ
ਕੱਲ ਜੇ ਮੈਂ ਲੋਕਾਂ ਨੂੰ ਥੈਲੇ ਦਿਖਾਣਾ ਤੇ ਬਹੁਤ ਦਿਖਾ ਸਕਦਾ ਸੀਗਾ। ਕੱਲ ਜਿੰਨੇ ਕਿ ਪਾਸਪੋਰਟ ਗਏ ਪਹਿਲੀ ਵਾਰੀ ਖੁਸ਼ੀ ਹੋਈ, ਮੈਂ ਕਿਹਾ ਸਾਰੇ ਆਪਣੇ ਹੀ ਹੈ। ਕੋਰੀਅਰ ਵਾਲਿਆਂ ਨੂੰ ਪੁੱਛਿਆ, ਕਹਿੰਦਾ ਹਾਂਜੀ ਤੁਹਾਡੇ ਹੀ ਹੈ। ਤੇ ਦਿਲ ਤਾਂ ਬੜਾ ਕੀਤਾ ਕਿ ਲੋਕਾਂ ਨੂੰ ਮੈਂ ਵੀ ਵੀਡੀਓ ਬਣਾਉਂਦਾ, ਪਰ ਬਣਾ ਨਹੀਂ ਹੁੰਦਾ, ਰਾਈਟ, ਕਿਉਂਕਿ ਰਿਫਿਊਜ਼ਲਾਂ ਜਿੰਨੀਆਂ ਖਾਈਆਂ ਸੀ ਉਹਨਾਂ ਨੂੰ ਮੈਂ ਕੀ ਦਿਖਾਉਂਦਾ, ਰਾਈਟ। ਸੋ ਪੀਪੀਆਰ ਮੈਨੂੰ ਜੋ ਸੰਕੇਤ ਲੱਗ ਰਿਹਾ ਕਿ ਇਟ ਇਜ਼ ਅ ਇੰਡੀਕੇਟਰ ਕਿ ਹੁਣ ਅਸੀਂ ਪ੍ਰੋਸੈਸ ਸ਼ੁਰੂ ਕਰ ਰਹੇ ਹਾਂ। ਪਾਸਪੋਰਟ ਤੁਹਾਡੇ ਹੱਥ ਦੇ ਰਹੇ ਹਾਂ, ਜਾਂਚ ਕਿਸ ਦਿਨ ਚੜੋ ਕੋਈ ਗੱਲ ਵੱਖਰੀ ਹੈ ਕਿ ਤੁਹਾਡੇ ਕੋਲ ਲੇਬਲਡ ਪਾਸਪੋਰਟ ਹੋ ਗਿਆ, ਆਨਲਾਈਨ ਪੜ੍ਹ ਲਓ, ਰਿਸਕ ਖਤਮ। ਪਹਿਲਾਂ AIP ਤੋਂ ਬਾਅਦ ਲੋਕਾਂ ਨੂੰ ਡਰ ਸੀਗਾ। ਸੋ ਇਨ ਦਾ ਮੀਨ ਟਾਈਮ ਉਹਨਾਂ ਕੋਲ ਵੀ ਲਿਮਿਟਿਡ ਕੈਪੈਸਿਟੀ ਹੈਗੀ ਹੈ, ਬਟ ਇਹ ਉਹੀ ਵੈਬੀਨਾਰ ਵਾਲੀ ਗੱਲ ਸੱਚੀ ਲਿਖੀ ਗਈ ਜਿਹਦੇ ਵਿੱਚ ਲਿਖਿਆ ਗਿਆ ਕਿ ਇੰਡੀਅਨ ਸਟੂਡੈਂਟਸ ਵਿਲ ਬੀ ਪ੍ਰਾਇੋਰਟਾਈਜ਼ਡ ਅੰਡਰ STS। ਦੂਜੀ ਚੀਜ਼ ਜਿਹੜੀ ਕਿਊਬੈਕ ਦੀ ਵੱਡੀ ਖਬਰ ਆਈ ਸੀ, ਜਿਹਨੂੰ ਕਿਹਾ ਗਿਆ ਸੀਗਾ ਕਿ ਵੀ ਹੈਡ ਆਸਕਡ ਫॉर ਸਮ ਐਡੀਸ਼ਨਲ ਡਾਕੂਮੈਂਟਸ, ਸਟੂਡੈਂਟ ਦੋਜ਼ ਹੂ ਹੈਵ ਸਬਮਿਟਡ ਦੋਜ਼ ਡਾਕੂਮੈਂਟਸ ਵਿਲ ਗੈਟ देयर फाइनल आउटकम सून। दोनों गल्लां सच हो गई, दोनों ट्वीट्स ਤੇ ਉਹਨਾਂ ਨੇ ਉਤਰ ਕੇ ਦਿਖਾਇਆ। ਕਾਲ ਲੈ ਲਈਏ ਜੀ, ਫਿਰ ਆਪਾਂ ਗੱਲਬਾਤ ਕਰਾਂਗੇ। ਹੈਲੋ, ਹਾਂਜੀ ਕੀ ਸਵਾਲ ਹੈ ਜੀ? ਹੈਲੋ ਜੀ, ਕਾਲ ਕੱਟੀ ਗਿਆ। ਨਵਨੀਤ ਜੀ ਜੀ ਭਾਜੀ ਦੁਬਾਰਾ ਹਲੇ ਕੈਨੇਡਾ ਤੇ ਲਾਵਾਂਗੇ ਜੀ 5-7 ਮਿੰਟ, ਕਿਉਂਕਿ ਸਭ ਤੋਂ ਜ਼ਿਆਦਾ ਵੱਡਾ ਰੁਝਾਨ ਕੈਨੇਡਾ ਦਾ ਹੀ ਹੈਗਾ। ਬਿਲਕੁਲ ਹੈਗਾ ਔਰ ਰਹੂਗਾ। ਉਦੋਂ ਸਾਹਿਬ ਦੀ ਸਟੇਟਮੈਂਟ ਦੇ ਹਿਸਾਬ ਨਾਲ ਟ੍ਰੈਂਡ ਬਣਿਆ ਰਹੂਗਾ। ਜਿਹੜੀ ਤੁਹਾਡੀ ਗੱਲ ਸੀ 22-23-24 ਵਾਲਾ ਟ੍ਰੈਂਡ ਹੀ ਬਣਿਆ ਰਹੇ। ਬਿਲਕੁਲ 22-23 ਤੱਕ ਹਲੇ ਕੋਈ ਦਿੱਕਤ ਨਹੀਂ ਹੈ, ਪਰ ਸਵਾਲ ਇਹ ਹੈ ਕਿ ਅਸੀਂ ਕੈਨੇਡਾ ਨੂੰ ਪੂਰੇ ਵਿਸ਼ਵ ਪੱਧਰ ਦੇ ਉੱਪਰ ਪੇਸ਼ ਕਿਵੇਂ ਕਰਦੇ ਹਾਂ। ਭਾਜੀ ਇੱਕੋ ਡਰ ਹੈ, ਕਿਤੇ ਅਗਲੇ ਤਾਂ ਲਿਜਾਣ ਨੂੰ ਤਿਆਰ ਹੈ, ਅਗਲੇ ਤਾਂ ਲਿਜਾਣ ਨੂੰ ਫਿਰਦੇ ਆ, ਸਾਡੀਆਂ ਹਰਕਤਾਂ ਬੈਨ ਨਾਲ ਮੈਂ ਉਹੀ ਕਹਿ ਰਿਹਾ ਕਿ ਵਿਸ਼ਵ ਪੱਧਰ ਦੇ ਉੱਪਰ ਕੈਨੇਡਾ ਨੂੰ ਅਸੀਂ ਕਿਵੇਂ ਪੇਸ਼ ਕਰਦੇ ਹਾਂ। ਕੈਨੇਡਾ ਨੂੰ ਅਸੀਂ ਖੁਦਕੁਸ਼ੀਆਂ, ਜੇ ਕੋਈ ਨਹੀਂ ਲੈ ਕੇ ਜਾ ਰਿਹਾ, ਪਤੀ ਜਾਂ ਪਤਨੀ ਵੱਲੋਂ ਖੁਦਕੁਸ਼ੀਆਂ ਕੀਤੀਆਂ ਗਈਆਂ, ਭਾਵੇਂ ਕਿਸੇ ਦਾ ਧੀ ਪੁੱਤ ਦੁਨੀਆ ਤੋਂ ਚਲੇ ਗਿਆ, ਪਰ ਉਹਦਾ ਇੰਪੈਕਟ ਪੂਰੇ ਪੰਜਾਬੀਆਂ ਦੀ ਫਿਤਰਤ ਸੁਭਾਅ ਤੇ ਪੈਂਦਾ ਕਿ ਇਹ ਅਜਿਹੇ ਨੇ। ਭਾਜੀ ਸਵਾਲ ਤਾਂ ਸਾਡੀ ਸਮੁੱਚੀ ਕੌਮ ਤੇ ਉੱਠਦਾ। ਦੂਜੀ ਗੱਲ, ਅਸੀਂ ਪੱਗੋਂ ਪਛਾਣੇ ਜਾਂਦੇ ਆ ਪੰਜਾਬੀ ਮੂਲ ਤੌਰ ਤੇ, ਸਾਡਾ ਆਣਾ ਬਾਣਾ, ਔਰ ਜਿਹੜੀ ਗੱਲ ਹੁੰਦੀ ਹੈ ਲੋਕੀ ਐਫੀਲੀਏਟ ਕਰਦੇ ਆ। ਜਦੋਂ ਇੱਕ ਬੱਚਾ ਜਾਂ ਇੱਕ ਅਮੈਜ ਕੰਸਲਟੈਂਟਸ ਦੀ ਗੱਲ ਕਰਦਾ, ਅਸੀਂ ਕਹਿੰਦੇ ਕੰਸਲਟੈਂਟ ਠੱਗ ਹੈ। ਕੰਸਲਟੈਂਟ ਦੇ ਪਰਚੇ ਹੋਏ, ਬੜਿਆਂ ਤੇ ਹੋਏ, ਬਿਲਕੁਲ ਹੋਏ। ਕੀ ਸਾਰੇ ਕੰਸਲਟੈਂਟ ਮਾੜੇ ਹੋ ਗਏ? ਬਟ ਤੁਹਾਡੀ ਧਾਰਨਾ ਕੀ ਹੈ? ਦਿਲ ਤੇ ਹੱਥ ਰੱਖ ਕੇ ਦੱਸਿਓ। ਮੇਰੇ ਕੋਲੇ ਅਪਲਾਈ ਕਰਨ ਤੋਂ ਪਹਿਲਾਂ ਵੀ, ਪੈਸੇ ਲਾਉਣ ਤੋਂ ਪਹਿਲਾਂ ਵੀ ਸੋਚਦੇ ਹੋ ਵੀ ਕਿਤੇ ਭੱਜ ਤਾਂ ਨਹੀਂ ਜਾਊਗਾ, ਕਿਤੇ ਮੇਰੇ ਕੇਸ 'ਚ ਪੈਸੇ ਤਾਂ ਨਹੀਂ ਖਾ ਜਾਊਗਾ, ਰਾਈਟ। ਅੱਜ ਵੀ ਇੱਕ ਡਰ ਹੈ। ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਜਦੋਂ ਸਾਡਾ ਕੋਈ ਹੁੰਦਾ ਇੰਟਰਨੈਸ਼ਨਲ ਪੱਧਰ ਤੇ, ਅੰਬੈਸੀਆਂ ਸਾਰੀਆਂ ਉਹਨੂੰ ਕਿਹੜੇ ਮਾਇਨੇ ਨਾਲ ਦੇਖ। ਬਿਲਕੁਲ ਇਹ ਸੋਚਣ ਵਾਲੀ ਗੱਲ ਹੈ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਲ ਪੁੱਛੋ ਪਲੀਜ਼। ਹੈਲੋ ਜੀ। ਨਵਨੀਤ ਜੀ, ਜੋ ਭਾਣਾ ਵਾਪਰਿਆ ਨੂੰ ਵਾਰ-ਵਾਰ ਨਾ ਛੇੜੀਏ ਸੀ, ਠੀਕ ਹੈ, ਖੁਦਕੁਸ਼ੀ ਹੋਈ ਜਾਂ ਨਸ਼ੇ ਦੇ ਡਰੱਗ ਦੇ ਕੇਸਾਂ ਦੇ ਵਿੱਚ ਪੰਜਾਬੀਆਂ ਦਾ ਨਾਮ ਆਇਆ, ਪਰ ਇਹ ਵੀ ਇੱਕ ਕੌੜਾ ਸੱਚ ਹੈ ਕਿ ਕੈਨੇਡਾ ਨੂੰ ਸਾਡੇ ਵਰਗੇ ਮਿਹਨਤੀ ਬੱਚੇ ਨਹੀਂ ਕਿਤੇ ਮਿਲਦੇ, ਔਰ ਸਾਡੇ ਦੇ ਵਿੱਚ ਜਨੂਨ ਔਰ ਜੋਸ਼ ਹੈ ਜਾਣ ਦਾ। ਇਸ ਜੋਸ਼ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਹੋਸ਼ ਖੋ ਬੈਠਦੇ ਹਾਂ। ਇਹ ਇੱਕ ਸਾਡੀ ਕੁਤਾਹੀ ਹੈ, ਗਲਤੀ ਹੈ। ਦੂਸਰਾ, ਪੰਜਾਬ ਦੇ ਵਿੱਚ ਐਡਵਰਟੀਜ਼ਮੈਂਟ ਦਾ ਪ੍ਰਭਾਵ ਹੀ ਇੰਨਾ ਹੋ ਗਿਆ ਕਿ ਸੱਚ ਹੀ ਨਹੀਂ ਕੋਈ ਬੋਲ ਕੇ ਰਾਜੀ। ਪਰ ਸੱਚ ਸੁਣ ਕੇ ਵੀ ਨਹੀਂ ਰਿਹਾ। ਕੱਲ ਦੀ ਮੈਂ ਨਵਨੀਤ ਜੀ ਉਦਾਹਰਨ ਦੱਸਦਾ ਕਿ ਸਾਨੂੰ ਐਸੀਆਂ 2 ਰਿਫਿਊਜ਼ਲਾਂ ਕਿਸੇ ਨੇ ਸਾਨੂੰ ਦਿਖਾਈਆਂ ਔਰ ਸ਼ੋਅ ਵੀ ਕੀਤਾ ਸੀ ਕਿ ਜੀ +2 ਤੋਂ ਬਾਅਦ UK ਦੇ ਵਿੱਚ ਸਪਾਊਸ ਕੇਸ ਲਾ ਕੈਟਾਗਰੀ ਨਹੀਂ ਹੈ। UK ਤੋਂ ਬਾਅਦ ਜਿਹੜਾ ਸਪਾਊਸ ਤਾਂ ਹੈਗਾ, ਸਟੂਡੈਂਟ ਵਿਜ਼ਿਟਰ ਦੇ ਨਾਲ ਜਾ ਸਕਦਾ, ਵਿਜ਼ਿਟਰ ਵੀਜ਼ਾ ਮਿਲਦਾ ਹੈ। UK 'ਚ ਵੈਸੇ ਵਿਜ਼ਿਟਰ ਦੀ ਲੌਂਗ ਡਿਊਰੇਸ਼ਨ ਵੀ ਸਾਲ ਦਾ ਵੀ ਲੈ ਲਓ, 2 ਸਾਲ ਦਾ ਵੀ ਲੈ ਲਓ, ਤੇ ਪੈਸੇ ਦੇ ਕੇ ਵੀਜ਼ਾ ਦਿੰਦੇ ਕਿ ਪੈਸੇ ਦੇ ਸੈਂਸ ਐਮਬੈਸੀ ਫੀਸ ਲੈ ਕੇ, ਰਾਈਟ। ਸੋ ਸਵਾਲ ਇਹ ਹੈ, ਬਟ ਕਿੱਥੇ ਐਲੀਜੀਬਿਲਿਟੀ ਗਈ? ਪਰ ਭਾਜੀ ਕਾਰਨ ਕੀ ਹੈ? ਮੇਰੇ ਵਰਗੇ ਨੇ ਕਿਹਾ ਬਾਈ ਜੀ ਕੋਲ ਸਕੀਮ ਨਹੀਂ ਹੋਣੀ। ਮੈਨੂੰ ਕਈ ਵਾਰੀ ਮੇਰਾ ਸਟਾਫ ਹੀ ਕਹਿੰਦਾ, ਸਰ ਆਪਣੇ ਕੋਲੇ ਫਲਾਣੀ ਸਕੀਮ ਨਹੀਂ, ਫਲਾਣਾ ਏਜੰਟ ਫਲਾਣੇ ਬਲਾਕ 'ਚ ਇਹ ਗੱਲ ਕਹਿੰਦਾ ਵੀ ਐ ਹੋ ਸਕਦਾ। ਉਹ ਭਰਾ ਮੇਰੇ ਕੋਲ ਸਕੂਲਿੰਗ ਵੀਜ਼ੇ ਨੂੰ ਆਉਂਦੇ ਲੋਕੀ। ਮੈਨੂੰ ਅੱਜ ਵੀ ਮੇਰੇ ਕਿਸੇ ਵਾਕਫ ਦਾ ਫੋਨ ਆਇਆ, ਭਾਜੀ ਫਲਾਣਾ ਕਹਿੰਦਾ ਹੋ ਜੂ। ਮੈਂ ਕਿਹਾ ਅਸੀਂ ਦੁਨੀਆ ਦੀਆਂ ਟੌਪ 100 ਯੂਨੀਵਰਸਿਟੀਆਂ 'ਚ ਯੂਨੀਵਰਸਿਟੀ ਦਾ ਕੰਟਰੈਕਟ ਲਾਇਆ, ਉਹਨੂੰ ਭੇਜ ਲਿਆ, ਕੀ ਸਾਨੂੰ ਸਕੂਲ ਦਾ ਕੰਟਰੈਕਟ ਨਹੀਂ ਮਿਲਦਾ। ਮੈਂ ਬਾਹਰ ਵੀ ਤਾਂ ਤੁਹਾਡਾ ਜਵਾਕ ਵੱਡੇ ਹੁੰਦੀ ਵੇਟ ਹੀ ਕਿਉਂ ਕਰਾਂ, ਮੈਂ ਪੈਸੇ ਅੱਜ ਕਿਉਂ ਨਾ ਕਮਾ ਲਾਂ, ਰਾਈਟ। ਸੋ ਜੇ ਹੁੰਦਾ ਕਰ ਦਿੰਦੇ, ਬਟ ਨਾ ਸੁਣਨ ਕਰਕੇ ਇੱਕ ਬੜਾ ਵੱਡਾ ਵਪਾਰ ਚੱਲਦਾ ਜੀ। ਨਵਨੀਤ ਜੀ, ਮੇਰਾ ਇੱਕ ਸਵਾਲ ਹੈ ਜੀ। ਜਿਸ ਸਥਿਤੀ ਦੇ ਵਿੱਚ ਅਸੀਂ ਖੜੇ ਹਾਂ ਜੀ, ਅੱਜ ਅਸੀਂ ਤਕਰੀਬਨ ਜੁਲਾਈ ਮੁੱਕਣ ਵਾਲੀ ਹੈ, ਅਗਸਤ ਆ ਜਾਣਾ ਹੈ, ਅੱਧ 21 ਵੀ ਗਿਆ ਸਾਡਾ। ਅੱਗੇ ਜਿਹੜਾ ਸਮਾਂ 22, 23 ਜਾਂ 24 ਦੇਖੋ, ਦੇਖਿਆ ਕਿਸੇ ਨੇ ਨਹੀਂ, ਪਰ ਮੈਂ ਸੋਚਦਾ ਹਾਂ ਕਿ ਆਉਣ ਵਾਲਾ ਸਮਾਂ ਉਹੀ ਵਾਪਸ ਪਰਤੇਗਾ। ਕੰਸਲਟੈਂਸੀਆਂ ਲੈ ਕੇ ਲੋਕ ਚੰਗੇ ਤਰੀਕੇ ਨਾਲ ਕੈਨੇਡਾ ਜਾਣਗੇ, ਜਾਂ ਜੋ ਕਿਊਬਿਕ ਦੇ ਵਿੱਚ ਹੋਇਆ ਕਿ ਦੱਸੋ ਜੀ ਫੰਡ ਕਿੱਥੋਂ ਆਏ, ਇਸ ਚੀਜ਼ ਨੇ ਪੈਕੇਜ ਨੂੰ ਨੱਥ ਪਾਉਣੀ ਹੈ। ਭਾਜੀ ਪੈਕੇਜ ਨੂੰ ਨੱਥ ਟੈਂਪਰੇਰੀ ਦਾ ਪਊਗੀ, ਪਰ ਲੋਕਾਂ ਦਾ ਲਾਲਚ ਤੇ ਐਡ ਉਹਨੂੰ ਰੋਕ ਨਹੀਂ ਪਾਣਗੇ। ਮੈਂ ਮੰਚ ਤੇ ਕਹਿ ਕੇ ਜਾ ਰਿਹਾ, ਬੜੀ ਬੇਸ਼ਰਮੀ ਵਾਲੀ ਗੱਲ ਕਰਕੇ ਜਾ ਰਿਹਾ, ਲੋਕਾਂ ਦਾ ਲਾਲਚ ਤੇ ਵੱਡੀ ਕੀਤੀ ਹੋਈ ਐਡ ਪੈਕੇਜਾਂ ਨੂੰ ਕਦੀ ਠੱਲ ਨਹੀਂ ਪੈਣ ਦੇਗੀ। ਅੰਬੈਸੀਆਂ ਉੱਠਣਗੀਆਂ, ਜਾਗਣਗੀਆਂ, ਕੰਟਰੋਲ ਕਰਨਗੀਆਂ। ਹਾਂ,
ਇੱਕ ਚੀਜ਼ ਹੋ ਸਕਦੀ ਹੈ ਜੋ ਹਲਕਾ ਜਿਹਾ ਟਵੀਕ ਕਰ ਦੇਣਗੇ ਸਿਸਟਮ ਨੂੰ ਤਾਂ ਆਪਾਂ ਬੜੇ ਤਰੀਕੇ ਨਾਲ ਨੱਥ ਪੈਂਦੀ ਹੈ, ਉਹ ਪਰ ਕੌਂਸੂਲੇਟ ਜਨਰਲ ਦੀ ਮਰਜ਼ੀ ਹੈ। ਟਰੂਡੋ ਸਾਹਿਬ ਦੇ ਬਿਆਨ 'ਚ ਉਹਨਾਂ ਨੇ ਬੜੀ ਗੱਲ ਕਲੀਅਰ ਕਹੀ ਸੀ ਕਿ ਜੋ ਕੁਝ ਹੋ ਰਿਹਾ ਮੇਰੇ ਡੋਮੇਨ ਤੋਂ ਬਾਹਰ ਹੈ, ਮੇਰੇ ਮੁਲਕ ਤੋਂ ਬਾਹਰ ਹੋ ਰਿਹਾ, ਮੇਰੇ ਕਾਨੂੰਨਾਂ ਦੀ ਕਾਰਵਾਈ ਜਾਂ ਕਾਨੂੰਨੀ ਕਾਰਵਾਈ ਮੈਂ ਆਪਣੇ ਦੇਸ਼ 'ਚ ਕਰ ਸਕਦਾ, ਦੂਜੇ ਦੇਸ਼ 'ਚ ਨਹੀਂ ਕਰ ਸਕਦਾ। ਸੋ ਤਾਈਓ ਸਟੂਡੈਂਟ ਵੀਜ਼ਾ ਜਿਹੜਾ ਅਸੀਂ ਕੰਮ ਕਰਦੇ ਹਾਂ ਸਾਨੂੰ IRCC ਮੈਂਬਰ ਹੋਣਾ ਲਾਜ਼ਮੀ ਨਹੀਂ ਹੈ, ਕਿਉਂਕਿ ਵੀ ਆਰ ਨਾਟ ਇਨ ਕੈਨੇਡਾ, ਅਸੀਂ ਆਫਸ਼ੋਰ ਏਜੰਟ ਕੈਨੇਡਾ। ਜੀ ਹੈਲੋ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ ਸਰ, ਮੇਰੀ ਨਾ ਫਾਈਲ ਲੱਗੀ ਸੀ ਕੈਨੇਡਾ ਦੀ ਜੀ ਜੀ ਸਰ, ਬਾਇਓਮੈਟ੍ਰਿਕ ਦੀ ਡੇਟ ਤਾਂ ਆ ਗਈ ਸਰ, ਬਟ ਮੈਡੀਕਲ ਨਹੀਂ ਹੋਇਆ ਸਰ। ਉਹ ਮੈਡੀਕਲ ਆਪ ਕਰਾਉਣਾ ਪਏਗਾ ਜਾਂ ਵੈਸੇ ਵਾਲੇ ਮੰਦਰ ਰਜਿਸਟਰ ਕਰਾਵਾਂਗੇ? ਤੁਹਾਡੇ ਮੈਡੀਕਲ ਫਾਈਲ ਲੱਗੇ ਨੂੰ ਸਾਲ ਹੋ ਗਿਆ ਸਰ? ਮਈ ਨੂੰ ਸਰ 15 ਮਈ ਤੋਂ ਪਹਿਲਾਂ ਲੱਗੀ ਸੀ ਫਾਈਲ। ਮੈਡੀਕਲ ਦੁਬਾਰਾ ਅਪਡੇਟ ਕਰਾ ਕੇ ਮੈਡੀਕਲ ਅਪਡੇਟ ਆਪੇ ਕਰ ਦਿਓ, ਉਹਨਾਂ ਨੇ ਨਹੀਂ ਮੰਗਣਾ। ਨਹੀਂ ਸਰ, ਪਹਿਲਾਂ ਮੈਡੀਕਲ ਮੇਰਾ ਨਹੀਂ ਹੋਇਆ, ਮਤਲਬ ਬਾਇਓਮੈਟ੍ਰਿਕ ਦੀ ਡੇਟ ਹੋਣ ਆਈ ਹੈ ਜੀ, ਤੇ ਮੈਡੀਕਲ ਦੀ ਕੋਈ ਡੇਟ ਨਹੀਂ ਆਈ ਹੈ ਜੀ। ਉਹ ਕਿਉਂ ਮੈਡੀਕਲ ਕਰਾਇਆ ਕਿਉਂ ਨਹੀਂ ਕੰਸਲਟੈਂਟ ਨੇ ਹਾਲੇ ਤਾਈਂ? ਸਰ ਉਹ ਤੋਂ ਬਾਅਦ ਸੀ ਨਾ ਕਰੋਨਾ ਕਰਕੇ, ਮਤਲਬ ਹੋਏ ਨਹੀਂ ਸੀ। ਭਰਾ ਉਹਨੂੰ ਕਹ ਮੈਡੀਕਲ ਕਰਾਵੇ। ਅਸੀਂ ਤਾਂ ਤੂੰ ਗੂਗਲ ਤੋਂ ਤਾਂ ਨਹੀਂ ਅਪਲਾਈ ਕੀਤਾ ਹੋਣਾ, ਅਸੀਂ ਤਾਂ ਵਿਦਆਊਟ ਮੈਡੀਕਲ ਫਾਈਲਾਂ ਲਾਈਆਂ ਨਹੀਂ। ਏਜੰਟ ਕਹਿ ਰਿਹਾ ਮਤਲਬ ਆਪਣੇ ਆਪ ਮੰਗਣਗੇ ਵੈਸੇ ਵਾਲੇ, ਫਿਰ ਆਪਾਂ ਕਰਾ ਕੇ ਉਹ ਏਜੰਟ ਨੂੰ ਦੱਸ ਕੇ ਉਹਨੇ ਕੰਨ ਚ ਆ ਕੇ ਵੀ ਵਿਹਲੇ ਆ, ਇੱਕ ਫੋਨ ਕਰਾਂਗੇ, 2-2.5 ਲੱਖ ਐਪਲੀਕੇਸ਼ਨ ਹੈਗੀ ਆ, ਮੈਡੀਕਲ ਵੀ ਮੰਗਣੇ ਆ। ਉਹਨਾਂ ਨੇ ਇੱਥੋਂ ਤਾਂ ਹੀ ਕਹਿਤਾ ਸੀ ਵੈਬੀਨਾਰ 'ਚ, ਜੇ ਤੁਹਾਡਾ ਮੈਡੀਕਲ ਐਕਸਪਾਇਰ ਹੋ ਗਿਆ ਡਿਸਪਾਈਟ ਆਫ ਵੀਜ਼ਾ ਗ੍ਰਾਂਟ ਦਾ GC ਕੀ ਵੁੱਡ ਬੀ ਰਿਵੋਕਡ। ਇਹ ਤੁਹਾਡੀ ਪ੍ਰੋਬਲਮ ਹੈ, ਮੈਡੀਕਲ ਕਰਾ ਕੇ ਸਾਨੂੰ ਅਪਡੇਟ ਕਰਨਾ, ਅਸੀਂ ਅਪਡੇਟਸ ਨਹੀਂ ਮੰਗਾਂਗੇ। ਭਾਜੀ ਉਹਨਾਂ ਨੇ ਵੈਬ ਫਾਰਮ ਦੀ ਯੂਜ਼ੇਜ ਨੂੰ ਕਲੀਅਰ ਕੀਤਾ ਵੀ SOP ਪਾਣੀ ਪਾ ਦਿਓ, ਤੁਹਾਡੀ ਮਰਜ਼ੀ, ਮੈਡੀਕਲ ਆਪ ਦਾ ਕਰਾ ਕੇ ਕਰ ਦਿਓ। ਉਹਨਾਂ ਕੋਲ ਨਹੀਂ ਟਾਈਮ, ਕਰਨ ਵੀ ਕਿਉਂ? ਮੈਨੂੰ ਆਪ ਦੀ ਫਾਈਲ ਦੀ ਚਿੰਤਾ ਨਹੀਂ, ਉਹਨੂੰ ਮੇਰੀ ਫਾਈਲ ਦੀ ਚਿੰਤਾ ਕਿਉਂ ਹੋਵੇ? ਉਹ ਮੈਨੂੰ ਕਿਉਂ ਆਨਸਰੇਬਲ ਹੈ ਐਮਬੈਸੀ ਭਾਈ, ਕਿ ਜਿਹੜੇ ਬੱਚਿਆਂ ਦਾ ਸਾਡੇ ਕੋਲ ਵੀ ਫਾਈਲ ਲੱਗੀ ਨੂੰ ਸਾਲ ਹੋ ਗਿਆ, ਜਿਹਨਾਂ ਦੇ ਮੈਡੀਕਲ ਐਕਸਪਾਇਰਡ ਹੈ, ਜਿਸ ਦਿਨ ਮੈਡੀਕਲ ਅਪਡੇਟ ਹੋਇਆ, ਬਰਾਏ ਮਿਹਰਬਾਨੀ ਮੈਡੀਕਲਸ ਦੁਬਾਰਾ ਕਰਾ ਲਓ। ਸਾਡੇ ਤੋਂ ਵੀ ਕੁਤਾਹੀ ਰਹਿ ਸਕਦੀ, ਸਾਡੇ ਤੋਂ ਵੀ ਗਲਤੀ ਰਹਿ ਸਕਦੀ ਹੈ, ਅਸੀਂ ਕਿਹੜਾ ਰੱਬ ਹਾਂ? ਸਾਡੇ ਸਿਸਟਮ 'ਚ ਵੀ ਖਾਮੀਆਂ, ਸਾਡੀਆਂ ਵੀ ਕਮਜ਼ੋਰੀਆਂ, ਬਟ ਫਾਈਲ ਤਾਂ ਤੁਹਾਡੀ ਹੈ। ਤੁਸੀਂ ਸਾਨੂੰ ਐਜ਼ ਅ ਕੰਸਲਟੈਂਟ ਹਾਇਰ ਕੀਤਾ, ਅਸੀਂ ਨੈਤਿਕ ਤੌਰ ਤੇ, ਆਰਥਿਕ ਤੌਰ ਤੇ, ਹਰ ਤਰੀਕੇ ਤੋਂ ਤੁਹਾਨੂੰ ਜਵਾਬਦੇਹੀ ਹਾਂ, ਬਟ ਤਾਂ ਵੀ ਕੁਤਾਹੀ ਦਾ ਰਿਸਕ ਨਾ ਲਈਏ। ਬਦਲੇ ਹਾਲਾਤ, ਬਦਲੇ ਸਮੀਕਰਨ ਨਾਲ ਬਦਲ ਕੇ ਫੈਸਲਾ ਲੈਣਾ ਬਹੁਤ ਜ਼ਰੂਰੀ ਜੀ। ਫੋਨ ਮੈਂ ਕੱਟ ਰਿਹਾ, ਜਿਨ੍ਹਾਂ ਦਾ ਮੇਰੇ ਖਿਆਲ ਜਵਾਬ ਜਿਹੜਾ ਹੈਗਾ ਮਿਲ ਚੁੱਕਿਆ ਹੋਣਾ। ਨਵਨੀਤ ਜੀ, ਅੱਜ ਜਿਸ ਦੇਸ਼ਾਂ ਦੀ ਅਸੀਂ ਗੱਲ ਕਰ ਰਹੇ ਹਾਂ, US, ਕੈਨੇਡਾ ਔਰ UK, ਤਿੰਨਾਂ ਦੇ ਵਿੱਚ ਪਰ US ਮੈਂ ਇੱਕ ਸਵਾਲ ਪੁੱਛਦਾ ਜੀ, ਕਿਸੇ ਕੰਸਲਟੈਂਟ ਨੂੰ, ਚਲੋ ਲਿਸਟ ਆਫ ਬਲੈਕ ਲਿਸਟਡ ਯੂਨੀਵਰਸਿਟੀਜ਼ ਇਨ UK 2021 ਕਰ ਦੋ। ਲਿਸਟ US ਗਵਰਨਮੈਂਟ ਲਿਸਟ ਜਾਰੀ ਕਰਦੀ ਹੈ, ਲਿਸਟ ਆਫ ਬਲੈਕ ਲਿਸਟਡ ਯੂਨੀਵਰਸਿਟੀਜ਼ ਇਨ USA, ਜਿੱਥੇ 4700 ਦੇ ਕੋਲ ਅਦਾਰਾ ਯੂਨੀਵਰਸਿਟੀਆਂ, ਕਾਲਜ ਤੇ ਉਹ ਮਿਲਾ ਕੇ ਹੈ, ਜਿਨ੍ਹਾਂ 'ਚ ਕੁਝ ਪ੍ਰਾਈਵੇਟ ਹੈ, ਨॉन ਪ੍ਰਾਈਵੇਟ ਹੈ, ਕੁਝ ਸਟੇਟ ਯੂਨੀਵਰਸਿਟੀਜ਼ ਹੈ, ਕੁਝ ਫੈਡਰਲ ਦੇ ਅੰਡਰ ਹੈ, ਕੁਝ ਪ੍ਰਾਈਵੇਟ ਯੂਨੀਵਰਸਿਟੀਜ਼ ਹੈ, ਜਿੱਥੇ ਇਹ ਨਹੀਂ ਕਲੀਅਰ ਕਿ ਪ੍ਰਾਈਵੇਟ ਦੀ ਰੈਂਕਿੰਗ ਹਾਇਰ ਆਣੀ ਹੈ ਕਿ ਪਬਲਿਕ ਦੀ ਆਉਣੀ ਹੈ, ਕਿਉਂਕਿ ਜੇ ਪ੍ਰਿੰਸਟਨ ਪ੍ਰਾਈਵੇਟ ਹੈ ਤੇ ਹਾਰਵਰਡ ਪ੍ਰਾਈਵੇਟ ਹੈ ਤੇ ਦੂਜੇ ਪਾਸੇ ਸਟੇਟ ਯੂਨੀਵਰਸਿਟੀਆਂ ਵੀ ਟੌਪ 'ਚ ਹੈ, ਰਾਈਟ। ਸੋ ਸਵਾਲ ਕੀ ਭਾਜੀ, US ਨੇ ਵੀਜ਼ਾਸ ਦੇਣੇ, ਦਿੰਦਾ ਸੀ, ਵੱਧ ਦਿਖਣੇ ਆ ਕਿਉਂਕਿ ਗ੍ਰਾਂਟਸ ਦਾ ਰੇਟ ਵਧੇਗਾ। ਅੱਜ ਕੁਝ ਆંકੜੇ ਵੀ ਹੈ ਕਿ ਚਾਈਨਾ ਦੇ ਗ੍ਰਾਂਟਸ ਘਟੇ ਆ, ਇੰਡੀਆ ਦੇ ਗ੍ਰਾਂਟਸ ਵਧੇ। ਹੁਣ ਆਪਾਂ ਇਹਨੂੰ ਟੈਕਨੀਕਲੀ ਲਈਏ ਕਿ ਜੋ ਚਾਈਨਾ ਔਰ US ਦਾ ਫਿਊਡ ਜਾਂ ਦੁਸ਼ਮਣੀ ਚੱਲ ਰਹੀ ਹੈ, ਜਾਂ ਜਿਹੜੀ ਕੋਲਡ ਵਾਰ ਚੱਲ ਰਹੀ ਹੈ ਆਪਸ ਦੇ ਵਿੱਚ, ਉਹਦਾ ਐਡਵਾਂਟੇਜ ਸਾਨੂੰ ਮਿਲ ਸਕਦਾ। ਸੋ ਮੇਰੇ ਕੋਲ ਕੋਈ ਡਾਟਾ ਸਰਕਾਰ ਨੇ ਨਹੀਂ ਸ਼ੇਅਰ ਕੀਤਾ, ਮੈਨੂੰ ਕੋਈ ਜੋ ਬਾਈਡਨ ਸਾਹਿਬ ਦੀ ਟੀਮ ਤੋਂ ਸੁਨੇਹਾ ਨਹੀਂ ਆਇਆ ਜਾਂ ਕਮਲਾ ਹੈਰਿਸ ਤੋਂ ਕਿ ਨਵਨੀਤ ਜੀ ਵੀਜ਼ੇ ਲਾਓ। ਇਹ ਇੱਕ ਅਟਕਣਾ ਸਾਡੀ ਅੰਡਰਸਟੈਂਡਿੰਗ ਹੈ, ਜਾਂ ਸਾਡਾ ਇਹ ਕਹਿ ਲਓ ਵੀ ਸਾਡੀ ਇੱਕ ਆਪਟਿਮਿਸਟਿਕ ਸੋਚ ਹੈ, ਰਾਈਟ, ਕਿ ਸਕਾਰਾਤਮਕ ਸੋਚ ਹੈ ਕਿ ਚਲੋ ਜੇ ਕੈਨੇਡਾ ਨੇ ਬੰਦ ਕੀਤਾ ਤੇ ਟਰਾਈ ਮਾਰ ਲੈਂਦੇ ਆ। US ਟਰਾਈ ਜ਼ਰੂਰ ਕਰੋ। US ਦੇ ਵਿੱਚ ਭਾਜੀ ਅੱਜ ਮੈਂ ਇੱਕ ਬੱਚੇ ਨੂੰ ਪੁੱਛਿਆ ਸਵਾਲ, ਮੇਰੇ ਕੋਲੇ ਬੈਠਾ, ਮੇਰੇ ਨਾਲ ਕਾਉਂਸਲਿੰਗ ਚੱਲ ਰਹੀ, ਮੈਂ ਕਿਹਾ ਕੀ ਪੜ੍ਹਨਾ ਚਾਹੁੰਦਾ? ਕਹਿੰਦਾ ਜੀ ਕੰਪਿਊਟਰ। ਅੱਛਾ, ਮੈਂ ਕਿਹਾ ਜੀ ਪੜ੍ਹ ਲੋਗੇ, ਟੌਪ ਯੂਨੀਵਰਸਿਟੀ 'ਚ ਨੰਬਰ ਇੰਨੇ ਆ। ਭਾਜੀ ਤੁਸੀਂ ਇੱਕ ਗੱਲ ਮੰਨੋਗੇ USA ਦੀ, ਮੈਂ ਜਿਹੜੀ ਮੰਚ ਤੇ ਕਹਿ ਰਿਹਾ ਕੰਸਲਟੈਂਟਾਂ ਦੇ ਵੀ ਕੰਮ ਆ ਜੇ, ਕਰ ਲਿਓ ਵੀਰੇ, ਵਰਤ ਲਿਓ। US ਦੀ STEM ਲਿਸਟ ਹੈ, STEM ਲਿਸਟ ਦੇ ਵਿੱਚ ਜਿਹੜੇ ਪ੍ਰੋਗਰਾਮ ਨੂੰ, ਜਿਹੜੀ ਹਿਸਟਰੀ 'ਚ ਅਸੀਂ ਜੰਮੇ ਆ, ਜਿੱਥੋਂ ਦੇ ਅਸੀਂ ਜੰਪਾਲਾਂ ਵਸਨੀਕ ਆ, ਜਿਹਨੂੰ ਲੈ ਕੇ ਅਸੀਂ ਕੁੰਡਲੀ ਬਾਰਡਰ ਤੇ ਬੈਠੇ ਆ, ਖੇਤੀ ਨੂੰ, ਐਗਰੀਕਲਚਰ ਟੈਕਨੋਲੋਜੀ, ਰਣਬੀਰ ਜੀ STEM ਦਾ ਪਾਰਟ ਹੈ ਜੀ। ਜਿਹੜੇ STEM ਪ੍ਰੋਗਰਾਮ ਕੱਢੇ, ਜਿੱਥੇ ਉਹਨਾਂ ਨੂੰ IT ਇੰਜੀਨੀਅਰ ਚਾਹੀਦਾ, ਡਾਕਟਰ ਚਾਹੀਦਾ, ਮੈਥ ਵਾਲਾ ਚਾਹੀਦਾ, ਉਹਦੇ 'ਚ ਉਹਨਾਂ ਨੇ ਐਗਰੀਕਲਚਰ ਇੰਜੀਨੀਅਰਿੰਗ ਤੱਕ ਪਾਈ ਹੈ। ਆਪਾਂ ਨੂੰ ਕੀ USA ਕੋਈ ਵੀ I-20 ਹੋਣਾ ਬਹੁਤ ਹੈ। ਅੱਜ ਐਡ ਕੀ ਆਏਗੀ, I-20 ਫ੍ਰੀ ਪਾਓ, ਸਰਵਿਸ ਫੀਸ ਅਸੀਂ ਭਰਾਂਗੇ, ਵੀਜ਼ਾ ਆਜੂ ਉਹਦੇ ਨਾਲ। ਅਸੀਂ ਉਹੀ ਕੰਮ ਕਰਨ ਜਾ ਰਹੇ ਹਾਂ ਜੋ ਨਿਊਜ਼ੀਲੈਂਡ ਬੰਦ ਕਰਾਇਆ, ਆਸਟ੍ਰੇਲੀਆ ਕਰਾਇਆ, ਕੈਨੇਡਾ 'ਚ ਵਾਪਰੀ, ਆਪਾਂ US ਉਹੀ ਕਰਨਾ ਚਾਹ ਰਹੇ ਹਾਂ। ਨਵਨੀਤ ਜੀ, ਤਰਾਸਦੀ ਕੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹਨੂੰ ਹੋਰ ਡੂੰਘੀ ਤਰ੍ਹਾਂ ਫਰੋਲਣ ਦੀ ਕੋਸ਼ਿਸ਼ ਕਰੀਏ। ਅੱਜ ਪੰਜਾਬ ਦੇ ਵਿੱਚ ਖੇਤੀਬਾੜੀ ਮਾਹਿਰਾਂ ਦੀ ਜੇ ਲੋੜ ਹੈ ਤਾਂ ਖੇਤੀਬਾੜੀ ਦਾ ਜੇ ਕੋਈ ਵੀਜ਼ਾ ਲੈ ਕੇ ਸ਼੍ਰੀਲੰਕਾ ਤੋਂ ਆਊਗਾ ਤਾਂ ਵੈਲਕਮ ਕਰੇਗੀ ਪੰਜਾਬ ਸਰਕਾਰ।
ਜਿਹਦੀ ਸਾਨੂੰ ਲੋੜ ਹੀ ਨਹੀਂ, ਉਸ ਕਿਸਮ ਦੇ ਅਸੀਂ ਕੋਰਸਾਂ ਦੇ ਵਿੱਚ ਬੱਚੇ ਪਾਈ ਜਾਵਾਂਗੇ ਤਾਂ ਦੁਖੀ ਹੋ ਕੇ ਨਤੀਜਾ ਹੀ ਨਿਕਲਣਾ। ਜਿਹੜੀ ਨਵਨੀਤ ਜੀ ਗੱਲ ਕਰ ਰਹੇ ਨੇ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹੜੇ ਇਹਦੇ ਨਾਲ ਰਿਲੇਟਡ ਕੋਰਸਸ ਨੇ ਉਹਨਾਂ ਦੇ ਵਿੱਚ ਜਾਓ ਤੇ ਵੀਜ਼ਾ ਮਿਲੇਗਾ, ਕਿਉਂਕਿ ਉਹਨਾਂ ਦੀ ਉੱਥੇ ਲੋੜ ਹੈ। ਤੁਹਾਡਾ ਉਹ ਹਾਲਾਤ ਦੇਖੋ ਹੁਣ ਪੰਜਾਬ ਦੇ ਵਿੱਚ ਕੀ ਹੋਇਆ ਜੀ ਭਾਜੀ, ਸਿਵਲ ਇੰਜੀਨੀਅਰਿੰਗ, ਹਾਂ ਸਿਵਲ ਇੰਜੀਨੀਅਰਿੰਗ ਸਟੈਮ ਦਾ ਪਾਰਟ, ਯੂਐਸਏ ਦੇ ਵਿੱਚ ਸਟੈਮ ਦੇ ਵਿੱਚ ਸਿਵਲ ਇੰਜੀਨੀਅਰਿੰਗ ਹੈ, ਬੱਚਾ ਕਰਕੇ ਨਹੀਂ ਰਿਹਾ ਜੀ। ਮੈਂ ਬੀਐਡ ਦੀ ਉਦਾਹਰਨ ਇਸ ਕਰਕੇ ਦੇ ਰਿਹਾ ਕਿ ਸਾਡੇ ਲੋੜ ਹੈ ਨਹੀਂ ਸੀ, ਕਾਲਜ ਖੁੱਲ ਗਏ, ਅੱਜ ਬੇਰੁਜ਼ਗਾਰ ਡਾਂਗਾ ਕਿਉਂ ਖਾ ਰਹੇ ਆ? ਕਿਉਂਕਿ ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਭਾਈ ਜਦੋਂ ਬੀਐਡ ਵਾਲਿਆਂ ਦੀ ਲੋੜ ਹੀ ਨਹੀਂ ਸੀ, ਕਾਲਜ ਬੰਦ ਇਹਨੇ ਕਾਲਜ ਕਰ ਦਿੰਦੇ ਪਹਿਲਾਂ, ਹੈ ਨਾ, ਉਹ ਬਿਜ਼ਨਸ ਵਪਾਰ ਬਣ ਗਿਆ। ਸੋ ਇਹੀ ਹਾਲ ਸਾਡਾ ਉੱਥੇ ਹੋਣਾ। ਭਾਜੀ ਯੂਐਸ 'ਚ ਵਪਾਰ ਬਹੁਤ ਵੱਡਾ, ਯੂਐਸ ਦੇ ਵਿੱਚ ਬਹੁਤ, ਔਰ ਯੂਐਸ ਕੌਂਸੂਲੇਟ ਕਲੀਅਰ ਕਹਿੰਦੀ ਹੈ ਵੀ ਸਾਨੂੰ ਤੁਹਾਡੇ ਤੇ ਕੋਈ ਤਰਸ ਨਹੀਂ ਆਊਗਾ ਜੇ ਤੁਸੀਂ ਗਲਤ ਯੂਨੀਵਰਸਿਟੀ 'ਚ ਆਏ, ਕਿਉਂਕਿ ਆਪਾਂ ਹੀ ਜਾ ਕੇ ਡਿੰਗਾ ਮਾਰੀਆਂ ਇੰਟਰਵਿਊ ਦੇ ਵਿੱਚ। ਲਿਆਓ ਇੰਟਰਵਿਊ ਦਾ ਸਵਾਲ ਮੈਂ ਆਪਣੇ ਵੈਬ ਪੇਜ ਤੇ ਹੀ ਪਾ ਦੂੰਗਾ ਵੀ ਇੰਟਰਵਿਊ ਨੇ ਪੁੱਛਣਾ ਕੀ, ਇਹ ਸਵਾਲ ਪੂਰੇ ਹੈ, ਸਭ ਨੂੰ ਪਤਾ। ਇਹਨਾਂ ਸਵਾਲਾਂ 'ਚ ਕੋਈ ਓਲਾ ਨਹੀਂ ਹੈ। ਤੇ ਕਾਨੂੰਨ ਜਿੱਥੇ ਅਸੀਂ ਵਕੀਲ ਸਾਹਿਬ ਕਹਿੰਦੇ ਆ, ਵਕੀਲ ਕੋਲ ਜਦੋਂ ਜਾਂਦੇ ਆ, ਦਫਾ ਤਾਂ ਸਾਨੂੰ ਵੀ ਪਤਾ ਨਹੀਂ ਕਨਸਟੀਟਿਊਸ਼ਨ ਲਿਖੀ, ਬਚਣੀ ਕਿਵੇਂ, ਬਚਾਉਣੀ ਕਿਵੇਂ, ਬੋਲਣੀ ਕਿਵੇਂ, ਵਕੀਲ ਸਮਝਾਉਂਦਾ। ਜੇ ਇਕੱਲੇ ਬਿਆਨ ਤੇ ਹੁੰਦਾ ਜੱਜ ਸਾਡੀ ਜ਼ਿਲ੍ਹਾ ਨੂੰ ਸੁਣ ਕੇ ਜੱਜ ਫੈਸਲਾ ਦਿੰਦਾ। ਸੋ ਉੱਥੇ ਵੀਜ਼ਾ ਆਫਿਸਰ ਜਿਹੜਾ ਹੈਗਾ ਉਹ ਜ਼ਿਲ੍ਹਾ ਨੂੰ ਫੈਸਲਾ ਦੇਊਗਾ, ਉੱਥੇ ਵਕੀਲ ਕੌਣ? ਤੁਸੀਂ ਆਪ ਦੇ ਵਕੀਲ ਹੋ। ਸਵਾਲ ਤਾਂ ਮੈਨੂੰ ਵੀ ਪਤਾ ਵੀ 307 ਹੋਇਆ ਤੇ ਉਹਦੇ 'ਚ ਕੀ ਪੁੱਛਣਗੇ, 2 'ਚ ਕੀ ਪੁੱਛਣਗੇ, ਫਲਾਣੀ ਧਾਰਾ 'ਚ ਕੀ ਪੁੱਛਣਗੇ, ਰਾਈਟ? ਸਭ ਨੂੰ ਹਰ ਬੰਦਾ ਵਕੀਲ ਬਣ ਜੇ, ਨਹੀਂ ਬਣ ਸਕਦੇ ਨਾ। ਸੋ ਜਦੋਂ ਤੁਸੀਂ ਇੰਟਰਵਿਊ ਦੇਣ ਜਾਣੀ ਯੂਐਸ ਦੇ ਵਿੱਚ, ਤੁਹਾਡੇ ਕੋਲ 2 ਰਸਤੇ ਹੈ। ਪਹਿਲਾ ਰਸਤਾ ਹੈ ਕਿ I-20 ਮੁਫਤ ਹੈ, ਸਰਵਿਸ ਫੀਸ ਮੇਰੀ ਹੈ, ਅੰਬੈਸੀ ਫੀਸ ਬਾਅਦ ਚ ਲਾਂਗਾ, ਸਾਰੇ ਪੈਸੇ ਬਾਅਦ ਚ ਫਾਈਲ ਲਾ ਦੋ, ਬਿਲਕੁਲ ਲਾ ਦੋ। ਅਗਲੇ ਕੋਲੇ ਕਿਸੇ ਕੋਲੇ 500 ਹੋਊ, ਕਿਸੇ ਕੋਲੇ 1000 ਹੋਊ, ਕਿਸੇ ਕੋਲੇ 2000 ਹੋਊ, ਅਗਲੇ ਦਾ ਡੰਗ ਸਰ ਜੂਗਾ। ਤੁਸੀਂ ਕਿੱਥੇ ਜਾਓਗੇ? ਇੱਕ ਹੋਰ ਖਿੜਕੀ ਬੰਦ ਕਰ ਲਓਗੇ, ਰਾਈਟ? ਫਿਰ ਦੂਜੇ ਪਾਸੇ ਲੋਕਾਂ ਦੇ ਆਉਣ ਲੱਗ ਪਈ ਫੋਨ, ਸਰ ਹੈਦਰਾਬਾਦ ਸੁਣਿਆ ਸੈਟਿੰਗ ਹੈਗੀ, ਹੈਦਰਾਬਾਦ ਤੋਂ ਫਾਈਲ ਲਵਾ ਦਿਓ। ਕਿਹੜੀ ਸੈਟਿੰਗ ਹੈ ਹੈਦਰਾਬਾਦ 'ਚ ਯਾਰ? ਤੁਹਾਨੂੰ ਇਹ ਦੱਸ ਦਿੰਦਾ ਵੀ ਯੂਐਸ ਦਾ ਜਦੋਂ ਵੀਜ਼ਾ ਦੀ ਇੰਟਰਵਿਊ ਹੁੰਦੀ ਹੈ, ਉਹਦੇ ਪਿੱਛੇ ਇੱਕ ਪੈਨਲ ਬੈਠਾ ਹੈ। ਉਹ ਪੈਨਲ ਕੋਲੇ ਤੁਹਾਡਾ ਜਿਹੜਾ ਫਾਰਮ ਇਮੀਗ੍ਰੇਸ਼ਨ ਦਾ ਭਰਿਆ ਪਿਆ, ਉਸ 'ਚ ਤੁਹਾਡੀ ਸਾਰੀ ਜਾਣਕਾਰੀ ਤੁਹਾਡੇ ਪੈਨਸ਼ਨ ਤੋਂ ਪਹਿਲਾਂ ਹੈਗੀ ਹੈ। ਪਹਿਲਾਂ ਪੜ੍ਹ ਲਿਆ ਜਾਂਦਾ ਹੈ, ਉਹਨੂੰ ਡਿਟੇਲ ਦੇ ਵਿੱਚ ਜਾਣ ਕੇ, ਪੁਣ ਛਾਣ ਕੇ 90% ਰਿਜ਼ਲਟ ਲੈ ਲਿਆ ਜਾਂਦਾ। ਔਰ ਤੁਹਾਨੂੰ ਸਵਾਲਾਂ ਤੇ ਗੇਜ ਕੀਤਾ ਜਾਂਦਾ ਵੀ ਅਸੀਂ ਫੈਸਲਾ ਗਲਤ ਤਾਂ ਨਹੀਂ ਕਰ ਬੈਠੇ ਕਿਸੇ ਪਾਸੇ ਨੂੰ। ਬਿਲਕੁਲ। ਪਰ ਭਾਜੀ ਉਹ 10% ਇਕਲੌਤੀ ਕੰਟਰੀ ਦੀ ਮੌਕਾ ਦਿੰਦੀ ਹੈ, ਕੈਨੇਡਾ 'ਚ ਮੌਕਾ ਵੀ ਹੈ ਨਹੀਂ। ਤੁਸੀਂ ਆਪਣੀ ਗੱਲ ਐਕਸਪ੍ਰੈਸ ਕਰੋ। ਹੈਲੋ ਜੀ, ਹੈਲੋ। ਮੇਰੇ ਖਿਆਲ ਟੈਕਨੀਕਲ ਟੀਮ ਨੂੰ ਮੈਂ ਕਹੂੰਗਾ ਜੀ, ਫੋਨ ਆ ਰਹੇ ਨੇ, ਕੱਟ ਜਾਂਦਾ, ਫੋਨ ਆਉਂਦਾ ਕੱਟ ਜਾਂਦਾ, ਪਲੀਜ਼ ਇਸ ਚੀਜ਼ ਦੇ ਉੱਪਰ ਚੈੱਕ ਕਰੋ ਕਿ ਕੀ ਕਾਰਨ ਹੈਗਾ ਕਿ ਸਾਡੀ ਆਵਾਜ਼ ਜਿਹੜੀ ਹੈਗੀ ਉਹਨਾਂ ਤੱਕ ਜਾਂ ਉਹਨਾਂ ਦੀ ਆਵਾਜ਼ ਸਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ। ਨਵਨੀਤ ਜੀ, ਹੁਣ ਗੱਲ ਕਰੀਏ ਕਿ ਬਹੁਤ ਵਿਦਿਆਰਥੀ ਸਾਨੂੰ ਇਹ ਪੁੱਛ ਰਹੇ ਨੇ ਜੀ ਕਿ ਆਇਲਟਸ ਦਾ ਕੀ ਰੋਲ ਰਹੇਗਾ ਕਿ ਯੂਐਸਏ ਦੇ ਵਿੱਚ। ਆਇਲਟਸ ਨੋ ਡਾਊਟ ਕਿ DS 160 ਦੇ ਵਿੱਚ ਮੇਰੇ ਖਿਆਲ ਕੋਈ ਕਾਲਮ ਨਹੀਂ ਪੁੱਛਿਆ। DS 130 ਦੇ ਵਿੱਚ ਜਦੋਂ ਆਪਾਂ ਕਾਲਮ ਪਾਉਂਦੇ ਵਿੱਚ ਪ੍ਰੋਬਲਮ ਕੀ ਆਉਂਦੀ ਹੈ ਕਿ ਲਿੰਗੁਇਸਟਿਕ ਐਬਿਲਿਟੀ ਗੇਜ ਕਰਦਾ ਯੂਐਸ। ਅੱਛਾ, ਐਂ ਤਾਂ ਭਾਜੀ ਇਸ ਟਾਈਮ ਯੂਐਸ ਦੀਆਂ ਕਈ ਯੂਨੀਵਰਸਿਟੀਆਂ ਜਿਹੜੀਆਂ GRE GMAT ਨਹੀਂ ਲੈ ਰਹੀਆਂ, ਜਿਹੜੀਆਂ ਅੱਜ ਤੋਂ ਪਹਿਲਾਂ STEM ਪ੍ਰੋਗਰਾਮ ਵਿਦਆਊਟ GRE GMAT ਪ੍ਰਿੰਸਟਨ ਜਾਂ SAT ਉਹਨਾਂ ਤੋਂ ਬਗੈਰ ਬੱਚਿਆਂ ਲੈਂਦੇ ਆ, ਜੋ ਲੈ ਰਹੀਆਂ। ਸੋ ਸੰਕੇਤ ਤਾਂ ਬੜੇ ਗੁਝਵੇਂ ਯੂਨੀਵਰਸਿਟੀਆਂ ਵੱਲੋਂ ਵੀ ਹੈ, ਅੰਬੈਸੀ ਵੱਲੋਂ ਵੀ ਹੈ। ਬਟ ਸਵਾਲ ਇਹ ਹੈ ਕਿ ਭਾਜੀ ਆਇਲਸ ਦਾ ਕਾਲਮ ਨਹੀਂ ਹੈ। ਇਹ ਆਪਾਂ 2 ਪਹਿਲੂਆਂ ਨੂੰ ਕਈ ਵਾਰੀ ਇਵੈਲੂਏਟ ਕੀਤਾ, ਦੁਬਾਰਾ ਕਰ ਲੈਂਦੇ ਹਾਂ। ਮੈਂ ਆਇਲਸ ਨਹੀਂ ਕੀਤਾ, ਜਾਂ ਮੇਰੇ ਆਇਲਸ ਓਵਰਆਲ 6 ਬੈਂਡ ਆ, ਪਰ ਰਾਈਟਿੰਗ 'ਚ 5 ਨਹੀਂ ਟੱਪਦੇ ਜਾਂ ਰੀਡਿੰਗ 'ਚ 5 ਨਹੀਂ ਟੱਪਦੇ, ਪਰ ਮੇਰੀ ਸਪੀਕਿੰਗ ਓਕੇ। US ਗਵਰਨਮੈਂਟ ਕਹਿੰਦੀ ਓਕੇ ਆ ਜਾ। ਜੇ ਸਾਨੂੰ ਲੱਗਾ ਸਾਡੇ ਨਾਲ ਗੱਲਬਾਤ ਕਰ ਲਈ, ਜਵਾਬ ਦੇਤਾ, ਸੁਣ ਲਿਆ, ਸਮਝ ਲਿਆ, ਵੀਲ ਗ੍ਰਾਂਟ, ਰਾਈਟ? ਬਜਾ ਦੂਜੀ ਕੰਟਰੀਆਂ ਇਹ ਮਿਹਨਤ ਜਾਂ ਜ਼ਹਿਮਤ ਨਹੀਂ ਕਰਦੀਆਂ, ਜਾਂ ਸ਼ੱਕ ਕਹਿ ਲਓ, ਜਾਂ ਮਿਹਨਤ ਕਹਿ ਲਓ, ਜਾਂ ਸਹਿਮਤ ਕਹਿ ਲਓ। ਸੋ ਜਿਵੇਂ ਯੂਐਸਏ ਨੂੰ ਵੇਚਣਾ ਹੋਵੇ ਲੋਕਾਂ ਅੱਗੇ, ਜਿਵੇਂ ਬਾਕੀ ਲੋਕੀ ਮੋੜਦੇ ਆ, ਯੂਐਸਏ ਆਇਲਟਸ ਨਹੀਂ ਮੰਗਦਾ, ਬਿਲਕੁਲ ਨਹੀਂ ਮੰਗਦਾ, ਅੰਗਰੇਜ਼ੀ ਮੰਗਦਾ, ਅੰਗਰੇਜ਼ੀ ਮੰਗਦਾ, ਆਇਲਟਸ ਇੰਟਰਵਿਊ ਲੈਂਦਾ, ਤਾਂ ਹੀ ਇੰਟਰਵਿਊ ਲੈਂਦਾ। ਸੋ ਇਹਦੀ ਐਡਵਾਂਟੇਜ ਵੀ ਹੈ ਕਿ ਨੌਨ ਆਇਲਸ ਬੱਚਾ ਬਹੁਤ ਸਾਰਾ ਜਿਹੜਾ ਕੌਨਫੀਡੈਂਟ ਹੈ, ਭਾਜੀ ਮੇਰੇ ਕੋਲੇ ਬੱਚਾ ਹੈ ਵਿਦਆਊਟ ਆਇਲਸ ਜਾਣਾ ਸੀਗਾ, ਮੈਂ ਉਹਨੂੰ ਕਿਹਾ ਤੂੰ ਐਂ ਕਰ, ਜਦ ਤੱਕ ਤੇਰਾ ਸਾਰਾ ਪ੍ਰੋਸੈਸ ਚੱਲਦਾ 2 ਮਹੀਨੇ ਸਾਡੇ ਕੋਲ ਸਪੀਕਿੰਗ ਦੀ ਕਲਾਸਾਂ ਲਾ ਲਾ। ਨਹੀਂ ਸਰ, ਇੰਨਾ ਤਾਂ ਟਾਈਮ ਹੈ ਨਹੀਂ, ਇੰਨਾ ਤਾਂ ਟਾਈਮ ਹੈ ਨਹੀਂ, ਰਾਈਟ? ਜੇ ਤੁਸੀਂ ਅੱਜ ਇੰਗਲਿਸ਼ ਇੰਪਰੂਵ ਕੀਤੇ ਬਗੈਰ ਕਿਸੇ ਕੰਸਲਟੈਂਟ ਦੇ ਜਾਦੂ ਦੀ ਛੜੀ ਦੇ ਨਾਲ ਅੰਬੈਸੀ ਜਾ ਕੇ ਵੀਜ਼ਾ ਹਾਸਲ ਕਰ ਸਕਦੇ, ਕਰ ਲਓ ਟਰਾਈਆਂ ਯਾਰ। 100 ਚੋਂ 2 ਆਣਗੇ, 100 ਚੋਂ 3 ਆਣਗੇ, ਉਹ 10-10 ਲੱਖ ਰੁਪਏ ਦੇ ਜਾਣਗੇ। ਏਜੰਟ ਪਾਰ ਹੈ, ਤੁਸੀਂ ਵੀ ਪਾਰ। ਬਿਲਕੁਲ ਠੀਕ ਹੈ ਜੀ ਗੱਲ ਤੁਹਾਡੀ। ਹੈਲੋ ਹੈਲੋ, ਮੇਰੀ ਆਵਾਜ਼ ਸੁਣ ਪਾ ਰਹੇ ਹੋ ਜੀ? ਮਤਲਬ ਤੁਹਾਨੂੰ ਮੈਨੂੰ ਗਾਣਾ ਪੈਣਾ, ਮੇਰੀ ਆਵਾਜ਼ ਸੁਣੋ। ਬਿਲਕੁਲ ਜੀ, ਬਿਲਕੁਲ। ਅੱਜ ਕੋਈ ਟੈਕਨੀਕਲ ਪ੍ਰੋਬਲਮ ਹੈਗੀ ਹੈ ਜੀ। ਸਪਾਊਸ ਦੇ ਵਾਲੇ ਸਵਾਲ ਪੁੱਛ ਰਹੇ ਨੇ ਕਿ ਜੀ ਜੇ ਸਪਾਊਸ US ਜਾਣਾ ਚਾਹੁੰਦਾ ਤਾਂ ਉਹਦਾ ਕੀ ਪ੍ਰੋਵੀਜ਼ਨ ਹੈ? ਭਾਜੀ ਸਪਾਊਸ US 'ਚ ਅਲਾਊਡ ਹੈ, ਔਰ ਸਪਾਊਸ ਨੂੰ ਵਰਕ ਰਾਈਟਸ ਅਲਾਊਡ ਹੈ। ਬਟ ਸਵਾਲ ਇਹ ਹੈ ਕਿ ਜਦੋਂ ਆਪਾਂ US ਦੀ ਫਾਈਲ ਲੈਣੀ, ਭਾਜੀ ਸਪਾਊਸ ਦੀ ਫੰਡਿੰਗ ਕਿੱਥੇ ਪਹੁੰਚਣੀ ਹੈ, ਰਾਈਟ? US ਨੇ ਫੰਡਿੰਗ ਵੀ ਦੇਖਣੀ ਹੈ, ਜੇ ਤੁਹਾਡਾ ਜਵਾਕ ਉਹਦੀ ਫੰਡਿੰਗ ਵੀ ਦੇਖਣੀ ਨਾਲ। ਜੇ ਆਪਾਂ ਐਕਸਪਲੇਨ ਕਰ ਸਕਦੇ ਹਾਂ, ਕਿਉਂਕਿ ਸਪਾਊਸ ਇੱਕ ਬੜਾ ਇੰਪੋਰਟੈਂਟ ਫੈਕਟਰ ਹੈ ਕਿਸੇ ਵੀ ਕੰਟਰੀ 'ਚ। UK ਦੇ ਵਿੱਚ ਵੀ ਸਪਾਊਸ ਤੋਂ ਪੰਗਾ ਪਿਆ, ਪਿਛਲੀ ਵਾਰੀ ਵੀ ਪਿਆ, ਜਦੋਂ ਪੈਕੇਜਾਂ 'ਚ ਅਕਸਰ ਸਪਾਊਸ ਵਾਲੇ ਗਏ, ਮੁੜ ਕੇ ਯੂਨੀਵਰਸਿਟੀ ਹੀ ਨਹੀਂ ਪਹੁੰਚੇ ਲੋਕ। ਸੋ ਉਹਦੀ ਗੱਲ ਹੋਈ, ਰਾਈਟ? ਡਿਸਪਾਈਟ ਦੈਟ UK ਨੇ ਬੈਨ ਨਹੀਂ ਕੀਤਾ, ਕੈਨੇਡਾ ਨੇ ਡਿਸਪਾਈਟ ਆਫ ਦਿਸ ਇਨਸੀਡੈਂਟ ਕਿਤੇ ਨਹੀਂ ਕਿਹਾ ਕਿ ਅਸੀਂ ਸਪਾਊਸ ਬੰਦ ਕਰ ਰਹੇ ਹਾਂ। UK ਕਲੀਅਰ ਹੈ,
ਕੈਨੇਡਾ ਸਾਇਲੈਂਟ ਹੈ, US ਸਾਇਲੈਂਟ ਹੈ ਕਿ ਸਪਾਊਸ ਨੂੰ ਪ੍ਰਾਇੋਰਟੀ ਕਿੰਨੇ ਲੈਵਲ ਤੱਕ ਦਿੱਤੀ ਜਾਏਗੀ, ਕਿੰਨੇ ਤੱਕ ਨਹੀਂ ਦਿੱਤੀ ਜਾਏਗੀ। UK ਇਕਲੌਤਾ ਕੰਟਰੀ ਹੈ ਜਿਹੜਾ, ਤੇ ਆਸਟ੍ਰੇਲੀਆ ਜਿਹੜਾ ਕਲੀਅਰ ਕਰ ਦਿੰਦਾ ਵੀ ਇਹ ਕੈਟੇਗਰੀ ਸਪਾਊਸ ਲੈਣਾ, ਇਹ ਕੈਟੇਗਰੀ ਸਪਾਊਸ ਅਸੀਂ ਲੈਣਾ ਹੀ ਨਹੀਂ ਜੀ, ਰਾਈਟ। ਸੋ ਪੁਆਇੰਟ ਇਹ ਹੈ ਕਿ US ਦੇ ਵਿੱਚ ਐਵਰੀਥਿੰਗ ਇਜ਼ ਇੰਟਰਵਿਊ ਬੇਸਡ। ਤੁਸੀਂ ਜਿੰਨੀਆਂ ਫਾਈਲਾਂ ਵਧਾਉਂਦੇ ਜਾਓਗੇ ਉਹਨੇ ਸਵਾਲ ਵਧਾਉਂਦੇ ਜਾਓਗੇ। ਸੋ ਜਿੰਨਾ ਕੰਪਲੈਕਸ ਕੇਸ ਕਰਦੇ ਜਾਓਗੇ, ਜਿੰਨੇ ਮੇਰੇ ਕੋਲ ਕਈ ਬੱਚਿਆਂ ਦੇ ਹੁਣ ਮੈਸੇਜ ਆਉਣ ਲੱਗ ਪਏ, ਸਰ 2015 ਚ +2 ਕੀਤੀ, ਉਸ ਤੋਂ ਬਾਅਦ ਗੈਪ ਹੈ, US 'ਚ ਜਾ ਸਕਦਾ। ਬਿਲਕੁਲ ਨਹੀਂ ਜਾ ਸਕਦਾ। ਦੂਜੀ ਗੱਲ ਭਾਜੀ, US ਕੌਂਸੂਲੇਟ ਪਰਚੇ ਕਰਾਉਂਦੀ ਹੈ, ਉੱਥੋਂ ਹੀ FIR ਹੁੰਦੀਆਂ, ਦਿੱਲੀ ਚ ਨੱਕਿਆਪੁਰੀ ਤੋਂ ਟੀਮਾਂ ਆਉਂਦੀਆਂ। ਬਰਾਏ ਮਿਹਰਬਾਨੀ ਆਪਣੇ ਨਕਲੀ ਕਾਗਜ਼ ਲੈ ਕੇ, ਨਕਲੀ ਡਿਗਰੀਆਂ, ਨਕਲੀ ਸਰਟੀਫਿਕੇਟ ਲੈ ਕੇ US ਅੱਗੇ ਦਲੇਰੀ ਨਾ ਦਿਖਾਣਾ। ਉਹਨੇ ਤੁਹਾਨੂੰ 4 ਸਵਾਲ ਪੁੱਛਣੇ ਆ, ਤੁਹਾਡੀ ਆਥੈਂਟਿਸਿਟੀ ਚੈੱਕ ਕਰਕੇ ਉੱਥੇ ਬਿਠਾ ਲੈਣਾ, ਰਾਈਟ। ਕਿਉਂਕਿ US ਦੁਨੀਆ 'ਚ ਇਕਲੌਤੀ ਕੰਟਰੀ ਜਿਹੜੀ ਤੁਹਾਡੇ ਪਹਿਲਾਂ ਕ੍ਰਾਈਮ ਚੈੱਕ ਕਰਾਉਂਦੀ, ਸਰਵਿਸ ਕਰਾਉਂਦੀ। ਤੁਹਾਡਾ ਕਰਾਇਆ ਕਦੀ UK ਨੇ? ਕਰਾਇਆ PCC? ਕਿਸੇ ਨੇ ਨਹੀਂ ਕਰਾਇਆ। ਔਰ US ਤੁਹਾਡਾ PCC ਵੀ ਨਹੀਂ ਮੰਨਦਾ, ਸਰਵਿਸ ਕਰਾ ਰਿਹਾ। ਕਿਉਂ ਕਰਾ ਰਿਹਾ? ਆਪਣਾ ਪ੍ਰੋਸੈਸ ਹੈ ਉਹਨਾਂ ਦੇ, ਰਾਈਟ। ਔਰ US ਵੀਜ਼ਾ ਦੇ ਰਿਹਾ, ਦਿੰਦਾ ਸੀ ਔਰ ਦਿੰਦਾ ਰਹੂਗਾ। ਸਿਰਫ ਐਡ ਵਧੀ ਹੈ। ਐਡ ਵਧਣ ਵਾਲੀ ਗੱਲ ਹੋਗੀ, ਜਿਹੜੇ ਲੋਕੀ ਇਹ ਸੋਚਦੇ ਸੀ, ਉਹ ਵਾਂਝੇ ਸੀਗੇ ਕਿ ਮੈਂ USA ਨਹੀਂ ਜਾ ਸਕਦਾ, ਉਹਨਾਂ ਨੂੰ ਜਾਣ ਦੀ ਸ਼ਾਇਦ ਜਾਣਕਾਰੀ ਮਿਲ ਜੇ, ਪਰ ਹਰ ਬੰਦਾ USA ਲਈ ਐਲੀਜੀਬਲ ਨਹੀਂ ਹੋਇਆ ਜੀ। ਰੋਣੀ ਜੀ, ਜਿਸ ਤਰ੍ਹਾਂ ਪ੍ਰੋਸੀਜਰ ਕੈਨੇਡਾ ਦਾ ਲੰਮਾ ਹੋ ਗਿਆ ਹੁਣ ਜੀ, ਮਤਲਬ ਵੀਜ਼ਾ ਲੈਣ ਵਾਸਤੇ ਜਾਂ ਪਹੁੰਚਣ ਵਾਸਤੇ ਇੱਕ ਲੰਮਾ ਪ੍ਰੋਸੀਜਰ ਹੈਗਾ। USA ਦੀਆਂ ਡੇਟਸ ਥੋੜੀਆਂ ਲੇਟ ਮਿਲ ਰਹੀਆਂ, ਬਿਲਕੁਲ ਡੇਟ ਮਿਲ ਰਹੀਆਂ, ਔਰ I-20 ਇਹ ਸਾਰੀਆਂ ਚੀਜ਼ਾਂ ਪਾ ਕੇ ਟੋਟਲ ਲਗਭਗ ਕਿੰਨਾ ਕੁ ਸਮੇਂ ਦਾ? ਭਾਜੀ US ਦੇ ਵਿੱਚ ਨਾ ਥੋੜਾ ਜਿਹਾ ਡੇਟ ਲੈਣ 'ਚ ਟੈਕਨੀਕਲ ਕੰਮ ਹੈ। ਕਈ ਵਾਰੀ ਸਾਨੂੰ ਡੇਟ ਥੋੜੀ ਜਲਦੀ ਮਿਲ ਜਾਂਦੀ। ਉਹਦੇ 'ਚ ਕੁਝ ਲੋਕ ਜਿਹੜੇ ਪਿਛਲੇ 20 ਸਾਲਾਂ ਤੋਂ US ਕਰਦੇ ਸੀ, ਅਸੀਂ ਉਹਨਾਂ ਦੀ ਮਦਦ ਲੈ ਕੇ ਕੰਮ ਸਿੱਖਿਆ, ਰਾਈਟ। ਮੈਂ ਆਪ ਮੰਨਦਾ ਜੀ, ਮੈਂ ਵੀ ਉਸਤਾਦ ਜੀ ਧਾਰੇ ਜਿਨ੍ਹਾਂ ਤੋਂ ਮੈਂ US ਸਿੱਖਿਆ, ਕਿਉਂਕਿ ਤੁਹਾਡੇ ਅੱਗੇ ਆਉਣ ਤੋਂ ਪਹਿਲਾਂ ਮੈਨੂੰ ਆਪ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਸੋ ਡੇਟਸ ਕੈਨ ਬੀ ਮੈਨੇਜਡ, ਬਟ ਐਂਟਾਇਰ ਪ੍ਰੋਸੈਸ ਫੇਰ ਵੀ 2 ਤੋਂ 3 ਮਹੀਨੇ ਦਾ ਹੈਗਾ। ਇੰਨੀ ਛੇਤੀ ਡੇਟਸ ਨਹੀਂ ਮਿਲਣੀਆਂ ਜੀ। ਹੁਣ ਗੱਲ ਕਰ ਲਈਏ ਜੀ ਥੋੜੀ ਜਿਹੀ ਯੂਰਪ ਦੇ ਕੋਈ ਇੰਡੀਕੇਸ਼ਨ ਆਏ ਖੁੱਲੇਗਾ? ਭਾਜੀ ਯੂਕਰੇਨ ਦੀ ਐਡ ਚੱਲ ਰਹੀ ਜਿਵੇਂ ਅੱਜ ਯੂਕਰੇਨ ਜਾ ਰਹੇ ਹੋ, ਯੂਕਰੇਨ ਤਾਂ ਜਾ ਰਹੇ ਨੇ ਬੱਚੇ, ਯੂਕਰੇਨ ਜਾ ਰਹੇ ਹੈ, ਪਰ ਕਿੱਡੇਗਾ ਕੀ ਬੱਚਾ? ਭਾਜੀ ਇਹ ਨਹੀਂ ਸਮਝਿਆ ਵੀ ਯੂਕਰੇਨ ਜਾ ਕੇ ਬਾਰਡਰ ਤੋਂ ਬਾਅਦ ਉਹ ਕੀ ਕਰੇਗਾ। ਉਹਨਾਂ ਨੂੰ ਡੋਂਕੀ ਮਾਰਨ ਨੂੰ ਕਿਹਾ ਜਾ ਰਿਹਾ, ਜਾਂ ਉਹਨਾਂ ਨੂੰ ਉੱਥੇ ਸਬਜ਼ ਵਗੈਰਾ ਦਿਖਾਏ ਜਾ ਰਹੇ ਹੈ ਕਿ ਕੀ ਹੋ ਜਾਊਗਾ। ਯੂਕਰੇਨ ਕੋਈ ਬਹੁਤ ਵੱਡੀ ਇਕਨੋਮੀ ਨਹੀਂ ਹੈ ਪ੍ਰਵਾਸੀਆਂ ਦੀ, ਲੈਂਗੁਏਜ ਬੈਰੀਅਰ ਉੱਥੇ ਹੈ, ਰਾਈਟ। ਉਹਨਾਂ ਦੀ ਲੈਂਗੁਏਜ ਜਿਹੜੀ ਸਾਨੂੰ ਜ਼ਿੰਦਗੀ 'ਚ ਨਹੀਂ ਸਮਝ ਆਉਣੀ, ਮੈਨੂੰ ਤਾਂ ਨਹੀਂ ਆਉਣੀ, ਰਾਈਟ। ਸੋ ਯੂਰਪ ਨੇ ਹਾਲੇ ਕੋਈ ਕਲੀਅਰ ਕੱਟ ਸੰਕੇਤ ਨਹੀਂ ਦਿੱਤੇ, ਬਟ ਹਾਂ ਕੁਝ ਬੱਚਿਆਂ ਲਈ ਕੀ ਨਿਕਲਿਆ ਹੈ, ਜਿੱਦਾਂ ਵਾਇਆ ਕੀ ਕਹਿੰਦੇ ਉਹਨੂੰ, ਕਿਹੜੀ ਕੰਟਰੀ ਛੋਟੀ ਜਿਹੀ, ਮਾਲਟਾ, ਗ੍ਰੀਸ, ਇੱਥੋਂ ਜਰਮਨੀ ਦੇ ਰੂਟ ਬਣੇ ਹੈ ਕਿ ਯੂਨੀਵਰਸਿਟੀਆਂ ਨੇ ਕੈਂਪਸ ਖੋਲ੍ਹਤੇ ਕਿ ਉੱਥੇ ਵੀ ਕੈਂਪਸ ਰੱਖ ਲਓ, ਉੱਥੇ ਵੀ ਕੈਂਪਸ ਰੱਖ ਲਓ। ਭਾਜੀ ਸੰਕੇਤ ਇਹ ਹੈ ਵੀ ਖੁੱਲ੍ਹਦਾ ਸਰ ਲੋੜ ਤਾਂ ਸਾਰਿਆਂ ਨੂੰ। ਜੇ UK 'ਚ ਬ੍ਰੈਗਜ਼ਿਟ ਹੋਇਆ, EU ਤੇ UK ਸਪਲਿਟ ਹੋਏ ਹੈ, ਉਹਨਾਂ ਦੀ ਇਕਨੋਮੀ 'ਤੇ ਵੀ ਇੰਪੈਕਟ ਪਾਇਆ, ਬੰਦੇ ਚਾਹੀਦੇ ਆ, ਬਟ ਇਹੋ ਜਿਹੀ ਕੋਈ ਮਾਰੋ ਮਾਰ ਨਹੀਂ ਪੈਗੀ ਵੀ ਜਿਹੜਾ ਮਰਜ਼ੀ ਆਜੋ ਲੈ ਜਾਗੇ। ਫਰਾਂਸ ਦੇ ਵੀਜ਼ੇ ਪਹਿਲਾਂ ਵੀ ਆਉਂਦੇ ਸੀ, ਸਪੇਨ ਦੇ ਵੀਜ਼ੇ ਪਹਿਲਾਂ ਵੀ ਆਉਂਦੇ ਸੀ, ਇਟਲੀ ਦੇ ਪਹਿਲਾਂ ਵੀ ਆਉਂਦੇ ਸੀ। ਇਹ ਨਹੀਂ ਹੈ ਕਿ ਵੀਜ਼ਾਸ ਨਹੀਂ ਸੀ ਆਉਂਦੇ। ਇਹ ਨਹੀਂ ਹੈ ਕਿ ਨਾਰਵੇ ਨਹੀਂ ਪੜਾਉਂਦਾ, ਜਾਂ ਸਵੀਡਨ ਨਹੀਂ ਪੜਾਉਂਦਾ, ਜਾਂ ਹਾਲੈਂਡ ਨਹੀਂ ਪੜਾਉਂਦਾ। ਇਹ ਨਹੀਂ ਹੈ ਕਿ ਆਇਰਲੈਂਡ ਨਹੀਂ ਲਿਜਾਉਂਦਾ। ਕਿਹੜੀ ਕੰਟਰੀ? ਸਾਰੀਆਂ ਲਿਜਾਂਦੀਆਂ, ਬਟ ਐਲੀਜੀਬਿਲਿਟੀ ਸੋਚ ਵੱਖਰੀ ਹੈ। ਐਡ ਬਦਲ ਜਾਂਦੀ ਹੈ, ਉਸ ਐਡ ਨੂੰ ਲੁਭਾਵਣਾ ਬਣਾ ਦਿੱਤਾ। ਇਸ ਸਾਲ ਜੇ ਅਸੀਂ 22-21 ਦੀ ਗੱਲ ਕਰ ਲਈਏ, ਅਗਸਤ ਤੋਂ ਲੈ ਕੇ 31 ਦਸੰਬਰ ਤੱਕ USA, UK, ਕੈਨੇਡਾ ਦੇ ਦਰਵਾਜ਼ੇ ਖੁੱਲੇ ਹੈ, ਬੱਚਿਆਂ ਨੇ ਜਾਣਾ ਹੈ। ਕੋਈ ਹੋਰ ਕੰਟਰੀ ਦੀ ਸੰਭਾਵਨਾ ਬਣਦੀ ਹੈ? ਭਾਜੀ ਨਾਟ ਰੀਅਲੀ। ਮੇਰਾ ਖਿਆਲ ਤਿੰਨੋਂ ਕੰਟਰੀ ਹੈ ਜਿਹੜੀਆਂ ਆਪਾਂ ਨੂੰ ਦਰਵਾਜ਼ੇ ਖੋਲ ਕੇ ਘੱਟੋ ਘੱਟ ਲਿਜਾਣ ਦੇ, ਚਾਹੇ ਰੁਕਵੇਂ, ਟੁੱਟਵੇਂ, ਦੁਖਾਂਤ, ਸੁਖਾਂਤ ਸੰਕੇਤ ਦਿੰਦੀ, ਘੱਟੋ ਘੱਟ ਜਿਹਨੂੰ ਕਹਿੰਦੇ ਟਾਈਗਰ ਜ਼ਿੰਦਾ ਹੈ। ਸੋ ਉਹ ਵਾਲੀ ਗੱਲ ਹੈ ਵੀ ਘੱਟੋ ਘੱਟ ਇਹ ਮੁਲਕ ਨੇ, ਠੀਕ ਹੈ, ਕੈਨੇਡਾ ਨੇ ਜੋ ਸਾਡੇ ਹਾਲ ਕੀਤੇ, ਰੱਬ ਇਹ ਦਿਨ ਦੁਬਾਰਾ ਨਾ ਦਿਖਾਵੇ। ਮੈਂ ਇੱਕ ਸ਼ੋਅ ਤੇ ਕਹਿੰਦਾ ਸੀ ਰੱਬਾ ਇਹ ਦਿਨ ਦੁਬਾਰਾ ਨਾ ਲਿਆਈ। ਸੋ ਬੱਚਿਆਂ ਨਾਲ ਬਹੁਤ ਮਾਰ ਪਈ ਹੈ, ਬਟ ਫਿਰ ਕਿਤੇ ਨਾ ਕਿਤੇ ਅਗਲਿਆਂ ਨੇ ਉਹਨੂੰ ਕਰੈਕਟ ਕੀਤਾ, ਜਾਂ ਜੋ ਵੀ ਉਹਨਾਂ ਦੀ ਸਟ੍ਰੈਟਜੀ ਸੀ ਕੀਤਾ। ਤਿੰਨੋਂ ਕੰਟਰੀਜ਼ ਪੋਜ਼ਿਟਿਵ ਸੰਕੇਤ ਰੱਜ ਕੇ ਦੇ ਰਹੀਆਂ, ਬਟ ਹਰਕਤਾਂ ਸਾਡੀਆਂ ਨਾ ਮਰਵਾ ਦੇਣ ਡਰ ਰਹੀ ਹੈ ਜੀ। ਹੁਣ ਜੀ ਕੁਝ ਖਾਸ ਚੱਲਦੇ US ਲਈ, ਕੈਨੇਡਾ ਲਈ, UK ਲਈ? ਭਾਜੀ ਆਇਲਸ ਇੰਪਰੂਵ ਕਰ ਲਓ। ਹਰ ਕੰਟਰੀ ਨੇ ਆਇਲਸ ਜ਼ਰੂਰ ਚੈੱਕ ਕਰਨਾ। ਬਾਰਡਰ ਨਹੀਂ ਖੁੱਲੇ, ਆਪਾਂ 1.5 ਸਾਲ ਤੋਂ ਬੈਠੇ ਆ, ਕੰਸਲਟੈਂਟ ਦੇ ਕਹੇ ਤੇ, ਮੇਰੇ ਕਹੇ ਤੇ, ਜਾਂ ਕਿਸੇ ਘਰ ਦੇ ਸਿਆਣੇ ਦੇ ਕਹੇ ਤੇ, ਜੇ ਮਹੀਨਾ 2 ਨਾਲ ਅੰਗਰੇਜ਼ੀ ਪੜ੍ਹ ਲੋਗੇ, ਆਪਣੇ ਆਪ 'ਚ ਇੰਪਰੂਵਮੈਂਟ ਕਰ ਲੋਗੇ, ਉਹ ਤੁਹਾਡੇ ਹੀ ਲਾਹੇਮੰਦ ਹੋਣੀ ਹੈ, ਸਾਡੇ ਨਹੀਂ। ਮੇਰੀਆਂ 7 ਆਇਲਸ ਅਕੈਡਮੀਆਂ ਨੇ, ਇਹਦੇ ਸਦਕੇ ਨਹੀਂ ਕਹਿ ਰਿਹਾ ਕਿ ਮੇਰੇ ਕੋਲ ਹੀ ਆਇਲਸ ਕਰ ਲਓ, ਜਿੱਥੋਂ ਮਰਜ਼ੀ ਕਰ ਲਓ, ਸਾਡੇ ਕੋਲੋਂ ਵੀ ਕਰੋ, ਸਾਨੂੰ ਮੌਕਾ ਦਿਓ, ਅੰਡਰਸਟੈਂਡ ਕਰੋ ਵੀ ਸਾਡੀ ਆਇਲਸ ਕਿਵੇਂ ਹੈ, ਆਨਲਾਈਨ, ਆਫਲਾਈਨ। ਤੁਹਾਡੀ ਜਹਾਜ਼ ਚੜ੍ਹਨ 'ਚ ਟਾਈਮ ਹੈ, ਤੁਹਾਡੀਆਂ ਫਾਈਲਾਂ ਲੱਗੀਆਂ 'ਚ ਵੀ ਆਇਲਸ ਇੰਪਰੂਵ ਹੋ ਕੇ ਅਪਡੇਟ ਹੋ ਸਕਦਾ। ਸੋ ਇਸ ਚੀਜ਼ ਨੂੰ ਇੱਕ ਵਾਰੀ ਤਵੱਜੋ ਜ਼ਰੂਰ ਦਿਓ। ਥੈਂਕ ਯੂ ਨਵਨੀਤ ਜੀ, ਬਹੁਤ ਮਿਹਰਬਾਨੀ ਸਟੂਡੀਓ ਦੇ ਵਿੱਚ ਆਉਣ ਲਈ। ਦਰਸ਼ਕਾਂ ਦਾ ਵੀ ਧੰਨਵਾਦ, ਸਾਡੀ ਟੈਕਨੀਕਲ ਟੀਮ ਦਾ ਧੰਨਵਾਦ ਜਿਨ੍ਹਾਂ ਦੀ ਕਾਲ ਨਹੀਂ ਲੱਗੀ। ਉਹ ਡਾਇਰੈਕਟਲੀ ਇਸ ਵਕਤ 95 571 95 571 ਦੇ ਇਸ ਨੰਬਰ ਦੇ ਉੱਪਰ, ਜਿਹੜਾ ਗੋ ਗਲੋਬਲ ਦਾ ਨੰਬਰ ਫਲੈਸ਼ ਕੀਤਾ ਜਾ ਰਿਹਾ, ਲਾਈਨਾਂ ਖੁੱਲੀਆਂ ਨੇ। ਇਸ ਤੋਂ ਬਾਅਦ ਵੀ ਤੁਹਾਡੇ ਜ਼ੇਨ ਦੇ ਵਿੱਚ ਕੋਈ USA ਨੂੰ ਲੈ ਕੇ, UK ਨੂੰ ਲੈ ਕੇ, ਕੈਨੇਡਾ ਨੂੰ ਲੈ ਕੇ, ਸਪੌਸ ਨੂੰ, ਰਿਫਿਊਜ਼ਲ ਨੂੰ, ਰੀਲੌਂਚ ਨੂੰ, ਕੋਈ ਮਨ ਦੇ ਵਿੱਚ, ਜ਼ੇਨ ਦੇ ਵਿੱਚ ਸਵਾਲ ਹੈਗਾ ਤਾਂ ਉਹਨਾਂ ਵਾਸਤੇ ਹਲੇ ਲਾਈਨਾਂ ਖੁੱਲੀਆਂ ਨੇ, ਤੁਸੀਂ ਕਾਲ ਕਰ ਸਕਦੇ ਹੋ। ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ।